ਵਾਹਿਗੁਰੂ 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 ਵਾਹਿਗੁਰੂ। ਰਾਮ ਨਾਮ ਜਪ ਲਹਾ, ਹਰ ਰਾਮ ਨਾਮ ਜਪ ਲਹਾ, ਰਾਮ ਨਾਮ ਜਪ ਲਹਾ, ਰਾਮ ਨਾਮ ਜਪ ਲਹਾ, ਹਰ ਰਾਮ ਨਾਮ ਜਪ ਲਹਾ, ਰਾਮ ਨਾਮ ਜਪ ਲਹਾ। ਗਤ ਪਾਵੈ ਸੁਖ ਸਹਿਜ ਆਨੰਦਾ, ਗਤ ਪਾਵੈ ਸੁਖ ਸਹਿਜ ਆਨੰਦਾ, ਕਾਟੇ ਗਮ ਕੇ ਪਾਰ, ਰਾਮ ਨਾਮ ਜਪ ਲਹਾ, ਹਰ ਰਾਮ ਨਾਮ ਜਪ ਲਹਾ, ਰਾਮ ਨਾਮ ਜਪ ਲਹਾ, ਰਾਮ ਨਾਮ ਜਪ ਲਹਾ। ਖੋਜਤ ਖੋਜਤ ਖੋਜ ਵਿਚਾਰਿਓ, ਖੋਜਤ ਖੋਜਤ ਖੋਜ ਵਿਚਾਰਿਓ, ਹਰ ਸੰਤ ਜਨਾ ਪਹਿਆ, ਹਰ ਸੰਤ ਜਨਾ ਪਹਿਆ, ਤਿਨਾ ਪ੍ਰਾਪਤ ਇਹੋ ਨਿਦਾਨ, ਤਿਨਾ ਪ੍ਰਾਪਤ ਇਹੋ ਨਿਦਾਨ, ਜਿਨ ਕਾ ਕਰਮ ਲਿਖਾ, ਜਿਨ ਕਾ ਕਰਮ ਲਿਖਾ, ਜਿਨ ਕਾ ਕਰਮ ਲਿਖਾ, ਰਾਮ ਨਾਮ ਜਪ ਲਹਾ, ਰਾਮ ਨਾਮ ਜਪ ਲਹਾ, ਰਾਮ ਨਾਮ ਜਪ ਲਹਾ, ਹਰ ਰਾਮ ਨਾਮ ਜਪ ਲਹਾ, ਰਾਮ ਨਾਮ ਜਪ ਲਹਾ। सेवक पागी सेवकवंत, सेवक पागी सेवकवंत, सेवक पागी सेवकवंत, सेई पूरे साहा, सेई पूरे साहा, सुंदर सुगड़ स्वरूप ते नानक, सुंदर सुगड़ स्वरूप के नानक, जिन हर हर नाम विसारा, जिन हर हर नाम विसारा, हर हर नाम विसारा, राम नाम जप लहा, राम नाम जप लहा, राम नाम जप लहा, राम नाम जप लहा। गत पावै सुख सहज आनंदा,
ਮਤ ਪਾਵੈ ਸੁਖ ਸਹਿਜ ਅਨੰਦਾ ਕਾਟੇ ਧਮ ਕੇ ਪਾਰ ਰਾਮ ਨਾਮ ਜਪ ਲਾ 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 ਹਰ 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 ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਵਾਹਿਗੁਰੂ। ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਉ ਮਨਮੁਖ ਚੱਲੇ ਮੂਲ ਗਵਾਏ ਜਿਉ ਮਨਮੁਖ ਚੱਲੇ ਮੂਲ ਗਵਾਏ ਜਿਉ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ 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 ਮਨਮੁਖ ਚੱਲੇ ਮੂਲ ਗਵਾਏ ਜਿਉ ਮਨ ਚੱਲੇ ਮੂਲ ਗਵਾਏ ਜਿਉ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ। ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲਿਓ ਚ ਦੁਮਾਲੜਾ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲਿਓ ਚ ਦੁਮਾਲੜਾ ਸਭ ਹੋਈ ਸਿੰਜ ਇਕੱਠੀਆਂ ਦਈਓ ਬੈਠਾ ਵੇਖ ਆਪ ਜੀਓ ਦਈਓ ਬੈਠਾ ਵੇਖ ਆਪ ਜੀਓ ਬੈਠਾ ਵੇਖ ਆਪ ਜੀਓ
ਵਾਕ ਵਜਨ ਟਮਕ ਫੇਰੀਆਂ ਮਨ ਲੱਤ ਲੈਂਦੇ ਫੇਰੀਆਂ ਨਿਹਤ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਦ ਜਿਓ ਨਿਹਤ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਦ ਜਿਓ 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 ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜਿਓ ਮਨ ਮੁਖ ਚੱਲੇ ਮੂਲ ਗਵਾਏ ਜਿਓ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਵਟਾਇਆ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜਿਓ ਗੁਰਮੁਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜਿਓ ਮਨ ਮੁਖ ਚੱਲੇ ਮੂਲ ਗਵਾਏ ਜਿਓ ਚੱਲ ਗਵਾਏ ਜਿਓ ਮਨ ਮੁਖ ਚੱਲੇ ਮੂਲ ਗਵਾਏ ਜਿਓ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜਿਓ ਮਨ ਮੁਖ ਚੱਲੇ ਮੂਲ ਗਵਾਏ ਜਿਓ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਹਾਜ਼ਰ ਜਾਹਰਾ ਤੂੰ ਵਰਨਾ ਚਿਹਨਾ ਹਰ ਦਿਸੈ ਹਾਜ਼ਰ ਜਾਹਰਾ ਸੁਣ ਸੁਣ ਤੁਝੇ ਤੇ ਆਏ ਦੇ ਤੇਰੇ ਭਗਤ ਰਤੇ ਗੁਣਤਾਸ ਜਿਓ ਸੁਣ ਸੁਣ ਤੁਝੇ ਤੇ ਆਏ ਦੇ ਤੇਰੇ ਭਗਤ ਰਤੇ ਗੁਣਤਾਸ ਜਿਓ ਤੇ
ਤੇਰੇ ਭਗਤ ਰਤੇ ਗੁਰਦਾਸ ਜੀਓ ਤੇਰੇ ਭਗਤ ਰਤੇ ਗੁਰਦਾਸ ਜੀਓ ਗੁਰਮੁਖ ਲਾਵਾ ਲੈ ਗਏ ਗੁਰਮੁਖ ਲਾਵਾ ਲੈ ਗਏ ਗੁਰਮੁਖ ਲਾਵਾ ਲੈ ਗਏ ਗੁਰਮੁਖ ਲਾਵਾ ਲੈ ਗਏ ਮੈਂ ਜੁਗ ਜੁਗ ਗਈ ਸੇਵੜੀ ਗੁਰ ਕੱਟੀ ਮਰੰਡੀ ਜੇਵੜੀ ਮੈਂ ਜੁਗ ਜੁਗ ਗਈ ਸੇਵੜੀ ਗੁਰ ਕੱਟੀ ਮਰੰਡੀ ਜੇਵੜੀ ਹਉ ਬਾਗੋੜ ਸਿੰਜਨਾ ਨਚਉ ਨਾਨਕ ਹਉ ਸਿਰ ਲੱਦਾ ਪਾਲ ਜਿਉ ਬਾਗੋੜ ਸਿੰਜਨਾ ਨਚਉ ਨਾਨਕ ਹਉ ਸਿਰ ਲੱਦਾ ਪਾਲ ਜਿਉ ਨਾਨਕ ਹਉ ਸਿਰ ਲੱਦਾ ਪਾਲ ਜਿਉ ਨਾਨਕ ਹਉ ਸਿਰ ਲੱਦਾ ਨਾਨਕ ਆਸਰ ਲੱਗਾ ਪਾਲ ਜਿਉ ਗੁਰਮੁਖ ਲਾਵਾ ਲੈ ਗਏ ਗੁਰਮੁਖ ਲਾਵਾ ਲੈ ਗਏ ਗੁਰਮੁਖ ਲਾਵਾ ਲੈ ਗਏ ਗੁਰਮੁਖ ਲਾਵਾ ਲੈ ਗਏ ਲਾਵਾ ਲੈ ਗਏ ਲਾਵਾ ਲੈ ਗਏ ਲਾਵਾ ਲੈ ਗਏ ਲਾਵਾ ਲੈ ਲਾਵਾ ਲੈ ਗਏ ਲਾਵਾ ਲੈ ਗਏ ਲਾਵਾ ਲਾਵਾ ਲੈ ਗਏ 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 ਲੈ ਗਏ ਮਨ ਚੱਲੇ ਮੂਲ ਗਵਾਏ ਜਿਉ ਚੱਲੇ ਗਵਾਏ ਮਨ ਮੁਖ ਚੱਲੇ ਮੂਲ ਗਵਾਏ ਜਿਉ ਗੁਰਮੁਖ ਲਾਵਾ ਲੈ ਗਏ ਗੁਰਮੁਖ ਲਾਵਾ ਲੈ ਗਏ ਗੁਰਮੁਖ ਲਾਵਾ ਲੈ ਗਏ ਗੁਰਮੁਖ ਲਾਵਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜਿਉ ਮਨ ਮੁਖ ਚੱਲੇ ਮੂਲ ਗਵਾਏ ਜਿਉ ਗੁਰਮੁਖ ਲਾਵਾ ਲੈ ਗਏ ਗੁਰਮੁਖ ਲਾਵਾ ਲੈ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਅੰਦਰ ਜੁੜ ਵੀ ਬੈਠੇ ਕਿਰਪਾ ਕੀਤਾ ਰਿਓ। ਸੋਦਰ ਦੀ ਬਾਣੀ ਉਪਰੰਤ ਆਪ ਜੀ ਨੇ ਗੁਰੂ ਸਵਾਮੀ ਪਾਸੋਂ ਭਾਈ ਸਰਜੀਤ ਸਿੰਘ ਜੀ ਦੇ ਜਥੇ ਕੋਲੋਂ ਰੱਬੀ ਬਾਣੀ ਦਾ ਕੀਰਤਨ ਹਰ ਜੱਸਾ ਨੂੰ ਕੀਤਾ। ਆਓ ਸਮਾਂ ਹੈ ਗੁਰਮਤਿ ਵਿਚਾਰ ਦਾ। ਆਰੰਭ ਕਰਨ ਤੋਂ ਪਹਿਲਾਂ ਸਾਰੇ ਜਾਣੇ ਵਾਹਿਗੁਰੂ ਦੀ ਫਤਿਹ ਦੀ ਸਾਂਝ ਬਣਾਉਂਦੇ ਹੋਏ ਗੱਜ ਬੱਜ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਸ੍ਰੀ ਰਾਗ ਦੇ ਅੰਦਰੋਂ 73-74 ਅੰਗ ਦੇ ਉੱਤੇ ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਬਟਾਇਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਜਦੋਂ ਆਪਾਂ ਗੁਰਮਤਿ ਦਾ ਸਿਧਾਂਤ ਪੜ੍ਹਦੇ ਹਾਂ ਤੇ ਸਤਿਗੁਰੂ ਸੌਣ ਲੱਗੇ ਸਾਨੂੰ ਰੋਜ਼ ਚੇਤੇ ਕਰਾਉਂਦੇ ਨੇ, ਤੂੰ ਇੱਥੇ ਆਇਆ ਹੀ ਲਾਹਾ ਪ੍ਰਾਪਤ ਕਰਨਾ ਹੈ। ਹਾਲਾਂਕਿ ਮਨੁੱਖ ਦੇ ਤੌਰ ਤੇ ਵੀ ਦੇਖੀਏ, ਸਾਡੀ ਇੱਛਾ ਹੁੰਦੀ ਵੀ ਉਹ ਕੰਮ ਜਿਹੜਾ ਕਰਾਂ ਉਹਦੇ 'ਚ ਲਾਹਾ ਹੀ ਮਿਲੇ, ਹਰ ਕੰਮ 'ਚ ਮੈਨੂੰ ਘਾਟਾ ਨਾ ਪਵੇ, ਨੁਕਸਾਨ ਨਾ ਹੋਵੇ। ਪਰ ਮਨੁੱਖ ਆਪਣੇ ਜੀਵਨ ਵਾਲੇ ਪਾਸੇ ਨੂੰ, ਅਧਿਆਤਮਵਾਦ ਵਾਲੇ ਪਾਸੇ ਨੂੰ ਕਦੇ ਇਸ ਪਾਸੇ ਵਿਚਾਰਦਾ ਹੀ ਨਹੀਂਗਾ। ਇਸੇ ਲਈ ਗੁਰੂ ਸਾਹਿਬ ਰਾਤ ਨੂੰ ਸੌਣ ਲੱਗਿਆਂ ਸਾਨੂੰ ਰੋਜ਼ ਚੇਤੇ ਕਰਾਉਂਦੇ ਨੇ, ਔਰ ਬੜੇ ਪਿਆਰ ਨਾਲ। ਕਰੂੰ ਬੇਨੰਤੀ ਸੁਣੋ ਮੇਰੇ ਮੀਤਾ। ਮੇਰੇ ਮਿੱਤਰੋ, ਹੱਥ ਜੋੜ ਕੇ ਬੜੇ ਪਿਆਰ ਨਾਲ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ। ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ, ਹਰ ਲਾਹਾ ਆਗੇ ਬਸਨ ਸੁਹੇਲਾ। ਕਿਉਂ ਕਹਿ ਰਹੇ ਹਾਂ? ਕਿਉਂਕਿ ਔਦ ਘਟੈ। ਸਾਡੇ ਅੰਦਰ ਇੱਕ ਵਹਿਮ ਜਿਹਾ ਬੜਾ ਵੱਡਾ ਭੁਲੇਖਾ। ਅਸੀਂ ਹੈਪੀ ਬਰਥਡੇ ਵੀ ਇਸ ਲਈ ਮਨਾਉਂਦੇ ਫਿਰਦੇ ਹਾਂ, ਜਨਮ ਦਿਨ। ਲਓ ਜੀ, ਕਾਕਾ ਤਾਂ ਵੱਡਾ ਹੋ ਗਿਆ, ਜਵਾਨ ਹੋ ਚੱਲੇ। ਸਾਡੀ ਇੱਦਾਂ ਦੀ ਸੋਚ ਹੈ, ਅਸੀਂ ਕਿਉਂਕਿ ਦੁਨੀਆ ਪਿੱਛੇ ਭੱਜੇ ਫਿਰਦੇ ਹਾਂ। ਗੁਰਮਤ ਇਹ ਕਹਿੰਦੀ ਹੈ ਵੀ ਵੱਡਾ ਥੋੜ੍ਹਾ ਹੋ ਰਿਹਾ, ਇਹ ਤਾਂ ਛੋਟਾ ਹੋ ਰਿਹਾ। ਜੇ ਰੱਬ ਨੇ ਮੰਨ ਲਓ ਕਿਸੇ ਦੀ ਉਮਰ 70 ਸਾਲ ਦਿੱਤੀ ਆ ਤੇ 50 ਦਾ ਹੋ ਗਿਆ, 50 ਮਾਈਨਸ ਹੋਈ ਆ, ਪਲੱਸ ਥੋੜ੍ਹਾ ਹੋਏ ਆ, ਘਟੇ ਆ, ਬਾਕੀ 20 ਰਹਿ ਗਏ ਆ। ਮੈਂ ਨਹੀਂ ਕਹਿੰਦਾ, ਸਤਿਗੁਰੂ ਕਹਿੰਦੇ ਨੇ, ਜਨਨੀ ਜਾਣਤ ਸੁਤ ਵੱਡਾ ਹੋਤ ਹੈ। ਮਾਂ ਖੁਸ਼ ਹੁੰਦੀ, ਲੈ ਮੇਰਾ ਪੁੱਤ ਵੱਡਾ ਹੋ ਰਿਹਾ। ਇਤਨਾ ਨਾ ਜਾਣੇ ਜੇ ਦਿਨ ਦਿਨ ਅਵਧ, ਘਟਤ ਹੈ, ਵੱਧ ਨਹੀਂ ਰਹੀ, ਘਟ ਰਹੀ ਹੈ। ਤੇ ਸਤਿਗੁਰੂ ਕਹਿਣ ਲੱਗੇ, ਲਾਹਾ ਲੈਣ ਆਇਆ ਤੈਨੂੰ ਮੈਂ ਇਸ ਲਈ ਬੇਨਤੀ ਦੇ ਰੂਪ 'ਚ ਸਮਝਾ ਰਿਹਾ, ਪਿਆਰ ਨਾਲ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾੜ ਚਲੋ ਹਰ ਲਾਹਾ ਆਗੇ ਬਸਨ ਸਹੇਲਾ।
ਔਦ ਘਟੈ ਦਿਨ ਸਰੈਣਾ ਰੇ ਮਨ, ਗੁਰ ਮਿਲ ਗੁਰੂ ਨੂੰ ਮਿਲ, ਗੁਰੂ ਵਾਲਾ ਬਣ, ਕਾਜ ਸਵਾਰੇ। ਜ਼ਿੰਦਗੀ ਦਾ ਅਸਲੀ ਕੰਮ ਸਵਾਰਦਾ, ਜਿਹਨੂੰ ਮਨੋਰਥ ਕਿਹਾ, ਮਕਸਦ ਕਿਹਾ, ਆਉਣ ਦਾ ਜਿਹੜਾ ਤੇਰਾ ਪਰਪਸ ਹੈ। ਸਤਿਗੁਰੂ ਤੇ ਬਾਰ-ਬਾਰ ਕਹਿਣਗੇ, ਪ੍ਰਾਣੀ ਤੂੰ ਆਇਆ ਲਾਹ ਲੈਣ, ਤੇ ਕਰ ਕੀ ਨੇ ਲੱਗਾ ਕਿੱਟ ਕੋ ਫੱਕੜੇ। ਕੋ ਫੱਕੜੇ ਦਾ ਮਤਲਬ ਉਹ ਬੇਅਰਥ ਕੰਮ ਜਿਨ੍ਹਾਂ ਚੋਂ ਕੱਖ ਵੀ ਨਹੀਂ ਨਿਕਲਣਾ, ਕੋਈ ਲਾਹ ਨਹੀਂ। ਸਭ ਮੁੱਕਦੀ ਚੱਲੀ ਰੈਣ, ਜ਼ਿੰਦਗੀ ਰੂਪ ਰਾਤ ਲੰਘਦੀ ਜਾ ਰਹੀ, ਤੇ ਤੇਰੇ ਵੱਲ ਮੈਂ ਵੇਖਦਾ ਕੁਦਮ ਕਰੇ ਪਖ ਪਸ ਪੰਖੀਆਂ, ਦਿਸੇ ਨਾ ਹੀ ਕਾਲ, ਉੱਥੇ ਸਾਥ ਮਨੁੱਖ ਹੈ ਫਾਥਾ ਮਾਇਆ ਚ। ਕੁਦਮ ਕਰੇ ਪਸ਼ ਪੰਖੀਆਂ, ਪਸ਼ੂਆਂ ਨੂੰ ਪੰਛੀਆਂ ਨੂੰ ਮੌਤ ਯਾਦ ਨਹੀਂ, ਤੇ ਰੱਬ ਵੀ ਯਾਦ ਨਹੀਂ ਗਾ। ਤੈਨੂੰ ਤਾਂ ਪਤਾ ਤੂੰ ਬੰਦਾ, ਰੱਬ ਨੇ ਆ 10ਵਾਂ ਗੁਪਤ ਰਖਾਇਆ, 9 ਦੁਆਰੇ ਪ੍ਰਗਟ ਕੀਏ, ਅੱਖਾਂ ਨੱਕ ਕੰਨ ਮੂੰਹ, ਇਹ 9 ਦਰਵਾਜ਼ੇ ਦੀਦੇ ਆ ਸਾਹਮਣੇ। ਇੰਦਰੀਆਂ ਆ ਜਿਹੜਾ ਦਿਮਾਗ ਆ, 10ਵੇਂ ਦਿਮਾਗ ਦੇ ਨਾਂ ਤੇ ਜਿੰਨਾ ਮਰਜ਼ੀ ਰੱਟਾ ਪਾ ਲਓ ਇੱਥੇ ਸਿੱਖ ਕੌਮ ਦੇ ਵਿੱਚ। ਜੋਗੀਆਂ ਵਾਲੇ ਵਹਿਣ 'ਚ ਤੁਰੇ ਜਾਂਦੇ ਆ ਵੀ 10ਵੇਂ ਦੁਆਰ ਦੇ ਨਾਂ ਤੇ ਪਤਾ ਨਹੀਂ ਕੀ ਸਾਨੂੰ ਪੜ੍ਹਾਇਆ ਜਾ ਰਿਹਾ। ਸਿੰਪਲ ਜਿਹਾ ਸੀ ਦਿਮਾਗ ਨੂੰ, ਕਿਸੇ ਨੂੰ ਦਿੰਦਾ ਥੋੜ੍ਹਾ ਦਿਮਾਗ ਉੱਤੇ ਰੱਬ ਨੇ ਮਾਸ ਚਾੜਿਆ ਹੋਇਆ, ਉੱਤੇ ਕੇਸ ਚਾੜੇ ਹੋਏ ਨੇ, ਗੁਪਤ ਰਖਾਇਆ। ਇਹਨੂੰ ਵਰਤਣਾ ਸੀਗਾ। ਤੂੰ ਮਨੁੱਖ ਹੈ, ਤੇ ਜਦੋਂ ਮੈਂ ਤੇਰੇ ਵੱਲ ਵੇਖਦਾ, ਨਾ ਪਸ਼ੂ ਪੰਛੀਆਂ ਨੂੰ ਮੌਜਾਂ ਤੋਂ ਬਿਨਾਂ ਲੱਭਦਾ ਖਾ ਲਿਆ, ਪਰਛੜੇ ਮਾਰ ਲੈ, ਭੱਜ ਨੱਠ ਕਰ ਲਈ, ਡੰਗਰਾਂ ਨੂੰ ਪੰਛੀਆਂ ਨੂੰ ਨਾ ਮੌਤ ਚੇਤੇ ਨਾ ਰੱਬ ਚੇਤੇ। ਤੇ ਜਦੋਂ ਤੇਰੇ ਵੱਲ ਵੇਖਦਾ ਤੂੰ ਵੀ ਉੱਦਾਂ ਹੀ ਰੰਗ ਤਮਾਸ਼ੇ ਮੰਨ ਲਿਆ, ਨਾ ਮੌਤ ਚੇਤੇ ਨਾ ਰੱਬ ਚੇਤੇ। ਕੁਦਮ ਕਰੇ ਪਸ਼ ਪੰਖੀਆਂ, ਤੂੰ ਵੀ ਉਹਨਾਂ ਵਾਂਗੂ ਕਲੋਲਾਂ ਕਰਦਾ ਫਿਰਦਾ। ਦਿਸੈ ਨਾ ਹੀ ਕਾਲ, ਉਹ ਤਾਂ ਪੜ੍ਹੇ ਲਿਖੇ ਨਹੀਂ ਨਾ ਉਹਨਾਂ ਨੂੰ ਪਤਾ ਲੱਗਦਾ ਵੀ ਕੋਈ ਮਰ ਗਿਆ ਚੱਕ ਕੇ ਸਿੱਟਦਾ, ਕੋਈ ਲੈ ਗਿਆ ਚੱਕ ਕੇ। ਤੈਨੂੰ ਤਾਂ ਪਤਾ ਤੂੰ ਹੱਥੀਂ ਦਾਹ ਸੰਸਕਾਰ ਕਰਕੇ ਆਉਣਾ ਵੀ ਆ ਵੀ ਇਹ ਕਰ ਗਿਆ, ਤੈਨੂੰ ਫੇਰ ਦੇ ਸਮਝਿਆ ਹੈਗਾ। ਇਹਦਾ ਮਤਲਬ ਤੂੰ ਵੀ ਵਿੱਚ ਹੀ ਨਾ ਦੇਖਣ ਨੂੰ ਸਰੀਰ ਐਵੇਂ ਨਹੀਂ। ਸਤਿਗੁਰੂ ਨੇ ਕਿਹਾ ਸੀ, ਕਰਤੂਤ ਪਸ਼ੂ ਕੀ ਮਾਨਸ ਬਾਤ। ਤੂੰ ਲਾਹਾ ਖੱਟਣਾ ਆ ਜ਼ਿੰਦਗੀ ਦੇ ਅੰਦਰ, ਤੇ ਕੰਮ ਸਾਰੇ ਘਾਟੇ ਵਾਲੇ ਕਰ ਗਿਆ। 2 ਜਾਣਿਆਂ ਦਾ ਜ਼ਿਕਰ ਕੀਤਾ ਇਸ ਸ਼ਬਦ ਦੇ ਅੰਦਰ, ਪੰਕਤੀ ਅੰਦਰ। ਗੁਰਬਾਣੀ ਅਨੁਸਾਰ ਜਿੰਨੇ ਵੀ ਅਸੀਂ ਮਨੁੱਖ ਹਾਂ, ਸਾਰਿਆਂ ਨੂੰ 2 ਕੈਟਾਗਰੀਆਂ 'ਚ ਵੰਡਿਆ ਗਿਆ। ਇੱਕ ਦਾ ਨਾਂ ਗੁਰਮੁਖ, ਇੱਕ ਦਾ ਨਾਂ ਮਨਮੁਖ। ਗੁਰਮੁਖ ਲਾਹਾ ਲੈ ਗਏ, ਉਹ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਂਦੇ ਨੇ, ਲੁੱਡੀਆਂ ਪਾਉਂਦੇ ਜਾਂਦੇ ਨੇ। ਮਨਮੁਖ ਚੱਲੇ ਮੂਲ ਗਵਾਏ, ਜੀ ਉਹ ਰੱਬ ਨੇ ਜੋ ਮੂਲ ਕੀ ਸੀ, ਸਵਾਸਾਂ ਦੀ ਪੂੰਜੀ ਸਾਹ, ਉਹ ਵੀ ਸਵਾਹ ਕਰਤੇ, ਉਹ ਵੀ ਗਵਾ ਲਏ। ਉਹਨਾਂ ਨੂੰ ਵੀ ਚੰਗੇ ਪਾਸੇ ਨਹੀਂ ਲਾਇਆ, ਇੱਕ ਵੀ ਕੰਮ ਦੁਨੀਆ 'ਚ ਭਲੇ ਦਾ ਨਹੀਂ ਕੀਤਾ। ਗੁਰਮੁਖ ਤੇ ਮਨਮੁਖ ਅੱਜ ਦਾ ਸਬਜੈਕਟ। ਅੱਜ ਦੇ 'ਚ ਕੋਸ਼ਿਸ਼ ਕਰਾਂਗੇ ਗੁਰਮੁਖ ਬਾਰੇ, ਕੱਲ੍ਹ ਨੂੰ ਆਪਾਂ ਮਨਮੁਖ ਬਾਰੇ ਵਿਚਾਰਾਂਗੇ। ਮਨਮੁਖ ਕਿੱਦਾਂ ਦਾ ਹੁੰਦਾ। ਛੋਟੀ ਜਿਹੀ ਬੇਨਤੀ, ਫਿਰ ਅੰਮ੍ਰਿਤਾ ਵਿੱਚ ਫਿਰ ਅੱਗੇ ਚੱਲਾਂਗਾ। ਗੁਰੂ ਕਲਗੀਧਰ ਪਾਤਸ਼ਾਹ ਨੂੰ ਸਿੱਖਾਂ ਪੁੱਛਿਆ ਸੀ, ਸਤਿਗੁਰੂ ਗੁਰਮੁਖ ਤੇ ਮਨਮੁਖ ਵਿੱਚ ਕੀ ਫਰਕ ਹੁੰਦਾ? ਸਤਿਗੁਰੂ ਕਹਿਣ ਲੱਗੇ ਵੀ ਇੱਦਾਂ ਸਮਝਣਾ ਤੇ ਦੇਖਣਾ। ਕਹਿਣ ਲੱਗੇ ਸਤਿਗੁਰੂ ਜੇ ਸਮਝਿਆ, ਕਈ ਵਾਰੀ ਦਿਮਾਗ ਇੱਧਰ ਉੱਧਰ ਜਾਂਦਾ, ਬੰਦਾ ਭੁੱਲ ਜਾਂਦਾ। ਦਿਖਾਲ ਦਿਓ ਸਾਹਮਣੇ ਸੱਚੀ ਘਟਨਾ ਆਪ ਅੱਖੀ ਦੇਖੀ ਹੋਵੇ ਨਾ, ਤੇ ਭੁੱਲਦੀ ਨਹੀਂ, ਸਾਰੀ ਜ਼ਿੰਦਗੀ ਨਹੀਂ ਭੁੱਲਦੀ ਜਿਹੜੀ ਅੱਖੀ ਘਟਨਾ ਦੇਖੀ ਹੋਵੇ। ਸਾਧੂ ਕਹਿੰਦੇ ਚੰਗਾ ਫਿਰ ਇੱਕ ਕੰਮ ਕਰੋ, ਇੱਕ ਵੱਡਾ ਸਾਰਾ ਬਰਤਨ ਪਾਣੀ ਦਾ ਭਰ ਕੇ ਲਿਆਓ। ਸਿੱਖ ਸੰਗਤ ਬੈਠੀ ਤੇ ਵੱਡਾ ਸਾਰਾ ਭਾਂਡਾ ਪਾਣੀ ਦਾ ਭਰ ਲਿਆਂਦਾ। ਸਾਹਿਬ ਕਹਿਣ ਲੱਗੇ ਇੱਕ ਕੰਮ ਹੋਰ ਕਰੋ, ਇਸ ਭਾਂਡੇ ਦੇ ਅੰਦਰ ਲਿਆ ਕੇ ਇੱਕ ਪੱਥਰ ਰੱਖ ਦਿਓ। ਸਿੱਖ ਗਏ ਬਾਹਰੋਂ, ਇੱਕ ਬਟਾ ਚੱਕ ਲਿਆ, ਉਹਨਾਂ ਪੱਥਰ ਚੱਕ ਲਿਆ, ਉਹ ਪਾਣੀ ਵਾਲੇ ਭਾਂਡੇ ਦੇ ਵਿੱਚ ਰੱਖਦਾ। ਸਾਹਿਬ ਕਹਿਣ ਲੱਗੇ ਇੱਕ ਹੋਰ ਕੰਮ ਕਰੋ, ਇਸ ਪਾਣੀ ਵਾਲੇ ਭਾਂਡੇ ਦੇ ਵਿੱਚ ਇੱਕ ਪਤਾਸਾ ਪਾ ਦਿਓ। ਪਤਾਸਾ ਪਾ ਦਿਓ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਿੱਖਾਂ ਨੇ ਉਸ ਪਾਣੀ ਵਾਲੇ ਭਾਂਡੇ ਦੇ ਵਿੱਚ ਪਤਾਸਾ ਵੀ ਰੱਖਤਾ। ਹੋਰ ਗੱਲਾਂ ਚੱਲਦੀਆਂ ਰਹੀਆਂ। ਥੋੜੇ ਚਿਰ ਬਾਅਦ ਸਤਿਗੁਰੂ ਉਹਨਾਂ ਹੀ ਸਿੱਖਾਂ ਨੂੰ ਕਹਿਣ ਲੱਗੇ ਵੀ ਸਿੱਖੋ ਇੱਕ ਕੰਮ ਕਰੋ, ਇਸ ਭਾਂਡੇ ਵਿੱਚੋਂ ਉਹ ਪੱਥਰ ਬਾਹਰ ਕੱਢੋ, ਬਟਾ ਬਾਹਰ ਕੱਢੋ,
ਹੱਥ ਪਾਇਆ, ਬੱਟਾ ਕੱਢ ਕੇ ਬਾਹਰ ਰੱਖਤਾ। ਸਾਹਿਬ ਕਹਿਣ ਲੱਗੇ ਦੂਜਾ ਕਰੋ, ਜਿਹੜਾ ਵਿੱਚ ਪਤਾਸਾ ਪਾਇਆ ਸੀ ਉਹ ਵੀ ਕੱਢੋ ਬਾਹਰ, ਪਤਾਸਾ ਵੀ ਬਾਹਰ ਕੱਢੋ। ਸਿੱਖ ਵੇਖਣ ਸਤਿਗੁਰੂ ਪਤਾਸਾ ਬਾਹਰ ਕੱਢੋ, ਪਤਾਸਾ ਨਹੀਂ ਬਾਹਰ ਨਿਕਲਦਾ। ਸਾਹਿਬ ਕਹਿੰਦੇ ਕਿਉਂ? ਕਹਿਣ ਲੱਗੇ ਉਹ ਤਾਂ ਭੁੱਲ ਗਿਆ, ਉਹ ਵਿੱਚੇ ਰਲ ਗਿਆ। ਸਤਿਗੁਰੂ ਕਹਿਣ ਲੱਗੇ ਵਿੱਚ ਨਹੀਂ ਰਲਿਆ, ਉਹਨੇ ਇੱਕ ਕੰਮ ਹੋਰ ਕੀਤਾ, ਪਾਣੀ ਨੂੰ ਮਿੱਠਾ ਕਰਤਾ। ਪਾਣੀ ਦੇ ਅੰਦਰ ਮਿਠਾਸ ਘੋਲ ਕੇ ਰੱਖਤੀ ਉਹਨੇ। ਕਹਿਣ ਲੱਗੇ ਗੁਰਮੁਖ ਤੇ ਮਨਮੁਖ ਚ ਫਰਕ ਬਸ ਇੰਨਾ ਕਾ। ਮਨਮੁਖ ਜਦੋਂ ਗੁਰਦੁਆਰੇ ਵੀ ਆਵੇ, ਸੰਗਤ ਵਿੱਚ ਵੀ ਆਵੇ, ਰੱਬ ਦੇ ਪਿਆਰਿਆਂ ਦੇ ਇਕੱਠ ਵਿੱਚ ਵੀ ਬੈਠੇ, ਤੇ ਉਹ ਪੱਥਰ ਵਾਂਗੂ ਵੱਖਰੀ ਆਪਣੀ ਹਸਤੀ ਰੱਖਦਾ ਵੀ ਮੈਂ ਕੁਛ ਹਾਂ, ਮੈਂ ਕੁਛ ਹਾਂ, ਮੈਂ ਚੌਧਰੀ ਹਾਂ, ਮੈਂ ਆਗੂ ਹਾਂ, ਮੈਂ ਏਡਾ ਅਹੁਦੇਦਾਰ ਹਾਂ। ਉਹਨੂੰ ਹੁੰਦਾ ਵੀ ਮੈਨੂੰ ਮੇਰੀ ਵੱਖਰੀ ਪਛਾਣ। ਇਹੋ ਜਿਹਾ ਬੰਦਾ ਜਿੱਦਾਂ ਦਾ ਵਿੱਚ ਰੱਖ ਲਓ, ਭਾਵੇਂ ਤੱਤੇ ਪਾਣੀ ਤੇ ਭਾਵੇਂ ਠੰਡੇ ਪਾਣੀ 'ਚ, ਜਿੱਦਾਂ ਦਾ ਰੱਖਿਆ ਉਦਾਂ ਦੇ ਕੱਢ ਲਓ, ਉਹਨੂੰ ਕੋਈ ਫਰਕ ਨਹੀਂ। ਮਨਮੁਖ ਉਹ ਪੱਥਰ ਹੁੰਦਾ, ਉਹ ਤੇ ਜਿਵੇਂ ਪਾਣੀ ਦਾ ਪੱਥਰ ਤੇ ਕੋਈ ਫਰਕ ਨਹੀਂ ਪਿਆ, ਕੋਈ ਅਸਰ ਨਹੀਂ ਹੋਇਆ, ਉਹਦੇ ਵੀ ਗੁਰਦੁਆਰੇ ਸੰਗਤ ਵਿੱਚ ਆਣ ਕੇ ਕੋਈ ਫਰਕ ਨਹੀਂ ਪੈਂਦਾ। ਜਿੱਦਾਂ ਦਾ ਆਉਂਦਾ ਉਦਾਂ ਦਾ ਮੁੜ ਜਾਂਦਾ। ਹਾਂ ਇੱਕ ਚੀਜ਼ ਜ਼ਰੂਰ ਕਰ ਲੈਂਦਾ ਹੁਣ ਉਹ ਮਨਮੁਖ, ਢਿੱਡ ਭਰ ਕੇ ਲੰਗਰ ਛਕ ਕੇ ਜ਼ਰੂਰ ਚੱਲ ਜਾਂਦਾ। ਹੁਣ ਢਿੱਡ ਜ਼ਰੂਰ ਭਰਨਾ, ਜੀਵਨ ਵਿੱਚ ਕੋਈ ਤਬਦੀਲੀ ਨਹੀਂ। ਲੰਗਰ ਛਕਿਆ ਉਹ ਜਿਹਾ ਵੀ ਹੋਏਗਾ ਕੀਤਾ, ਉਹ ਤਾਂ ਵੀ ਆਪਣੇ ਟੱਬਰ ਲਈ ਵੀ ਲੈ ਜਾਏਗਾ ਬੰਨ ਕੇ, ਵੀ ਆਪਣੇ ਤਾਂ ਖਾ ਲਿਆ, ਹੁਣ ਬਾਕੀਆਂ ਨੇ ਵੀ ਲੈ ਹੀ ਚੱਲੀਏ। ਹਾਲਾਂਕਿ ਲੰਗਰ ਗੁਰਦੁਆਰੇ 'ਚ ਲੋੜਵੰਦਾਂ ਲਈ ਸੀ, ਇੱਥੇ ਛਕਣਾ ਹੈ ਢਿੱਡ ਭਰ ਕੇ ਛਕ, ਕੋਈ ਦਿੱਕਤ ਥੋੜ੍ਹੀ। ਲੋੜਵੰਦ ਹੋਵੇ ਕਿਸੇ ਨੂੰ ਵੰਡਿਆ ਜਾ ਸਕਦਾ, ਪਰ ਆਪਣੀ ਪੰਡਾ ਬੰਨੀ ਜਾਵੇ। ਰਹਿਤਨਾਮਿਆਂ ਅਨੁਸਾਰ ਤਨਖਾਹੀਆ ਦੁਨੀਆ ਦੇ ਮੈਨੂੰ ਖਿਮਾ ਕਰ ਦਿਓ, ਮੇਰਾ ਵਿਸ਼ਾ ਹੋਰ ਹੋ ਜਾਏਗਾ, ਆਪਣੇ ਵਿਸ਼ੇ 'ਚ ਰਵਾਂਗੇ। ਗੁਰਮੁਖ ਪਤਾਸੇ ਵਾਂਗੂ ਘੁਲ ਗਿਆ, ਮਿੱਠਾ ਕਰਦਾ। ਗੁਰਮੁਖ ਕਿੱਡਾ ਵੀ ਵੱਡਾ ਅਹੁਦੇਦਾਰ ਹੋਵੇ, ਰੁਤਬੇਦਾਰ ਹੋਵੇ ਨਾ, ਉਹ ਸੰਗਤ ਵਿੱਚ ਆਣ ਕੇ ਹਸਤੀ ਨਹੀਂ ਜਣਾਉਂਦਾ, ਵਿੱਚ ਬਹਿ ਜਾਂਦਾ, ਟੱਕੇ ਸੰਗਤ ਦੇ ਵਿੱਚ ਹੀ ਬਹਿ ਜਾਂਦਾ, ਵੱਖਰਾ ਹੋ ਕੇ ਨਹੀਂ ਹੁੰਦਾ। ਉਲਟਾ ਇੰਨੀ ਮਿਠਾਸ, ਇੰਨੇ ਗੁਣ ਵੰਡਦਾ ਸੰਗਤ ਵਿੱਚ ਵੀ ਆਪਣੇ। ਬਸ ਆਹ ਫਰਕ ਆ। ਮੈਨੂੰ ਖਿਮਾ ਕਰਿਓ, ਕੌੜੀ ਹੈ ਜਿਹੜੀ ਅੱਜ ਦੇ ਸਮੇਂ 'ਚ ਦੇਖਦਾ ਮੈਂ, ਸਾਨੂੰ ਇੱਕ ਝੱਲ ਜਿਹਾ ਚੜਿਆ ਹੋਇਆ ਵੀ ਲੋਕ ਮੈਨੂੰ ਕਹਿਣੇ ਤਾਂ ਬੜਾ ਗੁਰਮੁਖ ਆ, ਬੜਾ ਗੁਰਮੁਖ ਆ। ਇਸ ਸ਼ਬਦ ਦੀ ਦੁਰਵਰਤੋਂ ਬੜੀ ਹੁੰਦੀ ਹੈ। ਗੁਰਮੁਖ ਮੈਂ ਬਣਨਾ ਨਹੀਂ ਚਾਹੁੰਦਾ, ਜੋ ਗੁਰਮੁਖ ਦੇ ਲੱਛਣ ਆ ਉਹ ਮੈਂ ਤੁਹਾਡੇ ਨਾਲ ਖੋਲ੍ਹਣੇ ਆ। ਗੁਰਮੁਖ ਕਿੱਦਾਂ ਦਾ ਹੁੰਦਾ ਕੀ ਚੱਲ, ਉਹ ਆਪਾਂ ਲਾਸਟ 'ਚ ਵਿਚਾਰਾਂਗੇ। ਗੁਰਮੁਖ ਮੈਂ ਬਣਨਾ ਨਹੀਂ ਚਾਹੁੰਦਾ। ਹਾਂ ਇਹ ਸੋਚ ਜ਼ਰੂਰ ਆ ਵੀ ਲੋਕ ਮੈਨੂੰ ਗੁਰਮੁਖ ਕਹਿਣ ਵੀ ਇਹ ਤਾਂ ਬੰਦਾ ਵਾਕਈ ਬੜਾ ਗੁਰਮੁਖ ਗੁਰਮੁਖ। ਗੁਰਮੁਖ ਕੌਣ ਹੁੰਦਾ ਹੈ? ਬਾਣੀ 'ਚ ਪੜ੍ਹ ਰਿਹਾ ਸਾਂ, ਸੁੱਤਿਆਂ ਗੁਰਸਾ ਲਾਹੀਏ, ਉੱਠਦਿਆਂ ਵੀ ਗੁਰੂ ਅਲਾਏ। ਕੋਈ ਐਸਾ ਗੁਰਮੁਖ ਜੇ ਮਿਲੇ ਹੋਂ ਤਾਂ ਕਿ ਧੋਵਾਂ ਪਾਏ। ਜਿਹਨੂੰ ਰੱਬ ਦੀ ਕਦੇ ਭੁੱਲਦਾ, ਰੱਬੀ ਜਾਗ ਵਿੱਚ ਸੁੱਤਿਆਂ ਪਿਆ ਵੀ, ਸੁੱਤਿਆਂ ਵੀ ਰੱਬ ਰੱਬ। ਤੇ ਕਬੀਰ ਸਾਹਿਬ ਨੇ ਕਿਹਾ ਸੀ ਨਾ, ਕਬੀਰ ਸੁਪਨੇ ਹੂੰ ਬਿਰੜਾਏ ਕੈ ਜਹ ਮੁਖ ਨਿਕਸੈ ਰਾਮ, ਤਾਂ ਕਿ ਪਗ ਕੀ ਪਨਹੀ ਮੇਰੇ ਤਨ ਕੋ ਜਾਮ। ਸੁੱਤਾ ਪਿਆ ਬਰੜਾ ਕੇ ਡਰ ਕੇ ਉੱਠ ਕੇ ਵੀ ਰੱਬ ਰੱਬ ਕਰੇ, ਜੀ ਕਰਦਾ ਆਪਣੇ ਚੰਮ ਦੀਆਂ ਜੁੱਤੀਆਂ ਭਗਵਾਨ ਨੂੰ ਬਣਾ ਕੇ। ਜਿਹਨੂੰ ਰੱਬ ਨਹੀਂ ਕਦੇ ਭੁੱਲਦਾ, ਰੱਬ ਨਾ ਭੁੱਲਣ ਦਾ ਮਤਲਬ ਇੰਨਾ ਹੈ ਵੀ ਜਿਹੜਾ ਰੱਬ ਦੇ ਡਰ ਵਿੱਚ ਰਹਿੰਦਾ, ਤੇ ਰੱਬ ਦੇ ਡਰ ਵਾਲਾ ਕਦੇ ਮਾੜੇ ਕੰਮ ਕਰਦਾ ਹੀ ਨਹੀਂ, ਕਦੇ ਕਿਸੇ ਦਾ ਮਾੜਾ ਕਰਦਾ ਹੀ ਨਹੀਂ। ਗੁਰਮੁਖ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਸਿੱਧ ਗੋਸ਼ਟ। ਉਹ ਮੈਂ ਪਿੱਛੇ ਕਪੂਰਥਲੇ ਰੇਲ ਕੋਚ ਫੈਕਟਰੀ 'ਚ ਗੱਲ ਕਰ ਬੈਠਾ, ਤੇ ਉਹਨਾਂ ਨੇ ਉਹਨਾਂ ਕੇ ਕਲਿੱਪ ਬਣਾ ਕੇ ਬੜਾ YouTube ਤੇ ਕਮਾਇਆ ਸੀ। ਮੈਂ ਇੱਕੋ ਗੱਲ ਕਹਿਣਾ ਵੀ ਸਿੱਖਾਂ ਨੂੰ ਤੇ ਅੱਜ ਸਵਾਲ ਹੀ ਨਹੀਂ ਕਰਨਾ ਹੁੰਦਾ ਨਾ, ਗੁਰਦੁਆਰੇ 'ਚ ਜਦੋਂ ਆਉਣਗੇ ਇੱਕ ਅੱਧੇ ਸਵਾਲ ਹੁੰਦਾ, ਇਹ ਤੋਂ ਵੱਧ ਨਹੀਂ ਗਾ। ਸਿੱਧ ਗੋਸ਼ਟ ਪੜ੍ਹ ਕੇ ਵੇਖੋ, ਸਿੱਧਾਂ ਦੇ ਸਵਾਲ ਕਿੱਡੇ ਕਿੱਡੇ ਜ਼ਬਰਦਸਤ ਸੀ। ਬੜੀ ਲੰਮੀ ਬਾਣੀ ਹੈ ਸਿੱਧ ਗੋਸ਼ਟ ਰਾਮਕਲੀ ਰਾਗ 'ਚ, ਔਰ ਉਹਨਾਂ ਦੇ ਸਵਾਲ ਬੜੇ ਕਮਾਲ ਕਮਾਲ ਹੁੰਦੇ ਸੀ। ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦੇ ਨੇ ਵੀ ਬਾਬਾ ਤੂੰ ਕਿੱਦਾਂ ਤੁਰਿਆ ਫਿਰਦਾ ਇੱਧਰ ਪਹਾੜਾਂ 'ਚ? ਤੇ ਗੁਰੂ ਸਾਹਿਬ ਕਹਿੰਦੇ ਸੀ ਗੁਰਮੁਖ ਖੋਜਤ ਭਏ ਉਦਾਸੀ। ਮੈਂ ਗੁਰਮੁਖਾਂ ਨੂੰ ਲੱਭਣ ਦੇ ਲਈ ਉਦਾਸੀ ਬਣਿਆ, ਯਾਤਰਾ ਮੈਂ ਕਰ ਰਿਹਾ ਵੀ ਕਿਤੇ ਰੱਬ ਦੇ ਪਿਆਰੇ ਮਿਲ ਜਾਣ। ਅਸੀਂ ਤੇ ਅਰਦਾਸ ਤਾਂ ਹੀ ਕਰਦੇ ਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ
ਤੇਰਾ ਨਾਮ ਚਿਰਤਾ ਆਵੇ। ਅਸੀਂ ਤਾਂ ਆਪ ਲੱਭਦੇ ਫਿਰਦੇ ਹਾਂ। ਗੁਰਮੁਖ ਖੋਜਤ ਭਏ ਉਦਾਸੀ, ਮੈਂ ਤਾਂ ਗੁਰਮੁਖਾਂ ਨੂੰ ਲੱਭਦਾ ਫਿਰਦਾ, ਉਹਨਾਂ ਦੀ ਭਾਲ 'ਚ ਤੁਰਿਆ ਫਿਰਦਾ। ਫਿਰ ਉਹ ਸਵਾਲ ਕਰਦੇ ਨੇ ਵੀ ਤੇਰੀ ਨਿਗਾਹ 'ਚ ਗੁਰਮੁਖ ਕੌਣ ਆ? ਗੁਰਮੁਖ ਕਿਹਨੂੰ ਕਹਿੰਦੇ ਆ ਤੁਸੀਂ? ਤੇ ਸਤਿਗੁਰੂ ਫਿਰ ਦੱਸਦੇ ਨੇ। ਸਵਾਲ ਇੱਕ ਵਿਸ਼ੇ ਤੇ ਬੜਾ ਪਾਏਦਾਰ ਸੀ। ਮੈਂ ਜਿੰਨਾ ਕੁ ਦੁਨੀਆ 'ਚ ਵਿਚਰ ਕੇ ਦੇਖਿਆ ਔਰ ਵੱਡੇ ਵੱਡੇ ਵਿਦਵਾਨਾਂ ਨੂੰ ਮਿਲਿਆ, ਬਜ਼ੁਰਗ ਵਿਦਵਾਨਾਂ ਨੂੰ ਮਿਲਿਆ, ਉਹ ਹੱਸਦੇ ਹੁੰਦੇ ਵੀ ਸਿੱਖਾਂ ਕੋਲ ਇੱਕੋ ਹੀ ਸਵਾਲ ਹੈ, ਜਿੱਥੇ ਮਰਜ਼ੀ ਮੱਥਾ ਮਾਰਨ ਬਹਿ ਜਾਓ। ਹਾਲਾਂਕਿ ਗੁਰੂ ਸਾਹਿਬ ਨੇ ਜਵਾਬ ਵੀ ਦੇ ਦਿੱਤਾ ਬਾਣੀ ਵਿੱਚ। ਵੱਡੇ ਵੱਡੇ ਆਪਣੇ ਗਾਤਰੇ ਪਾਏ ਉੱਤੋਂ ਦੀ ਬੁੱਢੇ ਹੋ ਚੱਲੇ ਨੇ। ਭਾਈ ਜੀ ਇੱਕ ਸਵਾਲ ਪੁੱਛਣਾ ਸੀ, ਦੱਸੋ। ਇਹ ਭਾਈ ਜੀ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ? ਲੈ ਇਦੋਂ ਪਰ ਸਵਾਲ ਹੀ ਮੁੱਕ ਜਾਂਦਾ, ਮਸਲਾ ਹੀ ਖਤਮ। ਗੁਰੂ ਨਾਨਕ ਸਾਹਿਬ ਦੇ ਬੋਲ ਆ, ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ। ਇਹ ਤਾਂ ਮੂਰਖਾਂ ਦਾ ਝਗੜਾ ਆ, ਇਹ ਮੁੱਕ ਹੀ ਨਹੀਂ ਸਕਦਾ। ਜਿੰਨਾ ਮਰਜ਼ੀ ਤੁਸੀਂ ਗਿੱਲਾ ਪੀਣ ਪਾ ਲਓ। ਹਾਂ ਬੰਦਾ ਇਸ ਲਈ ਆਉਂਦਾ ਵੀ ਕਹਿੰਦੇ ਭਾਈ ਜੀ ਖਾ ਲੈਣਾ ਚਾਹੀਦਾ। ਲੈ ਆਪਾਂ ਸਟੈਂਪ ਲਵਾ ਲਈ, ਭਾਈ ਨੇ ਕਹਿਤਾ ਖਾ ਲੈਣਾ ਚਾਹੀਦਾ, ਠੀਕ ਆ, ਆਪਾਂ ਤਾਂ ਠੀਕ ਆ। ਭਾਈ ਕਹਿ ਰਿਹਾ ਵੀ ਨਹੀਂ ਖਾਣਾ ਚਾਹੀਦਾ, ਲੈ ਮੈਂ ਤਾਂ ਪਹਿਲਾਂ ਹੀ ਨਹੀਂ ਖਾਂਦਾ ਹੈਗਾ, ਆਪਣਾ ਕੰਮ ਠੀਕ। ਭਾਈ ਦੀ ਮੋਹਰ ਲਾ ਸਕੀ, ਭਾਈ ਕੋਲੋਂ ਮੋਹਰ ਲਵਾਉਣੀ ਹੈ। ਅਸੀਂ ਇੱਥੇ ਕੀ ਖੜ ਕੇ ਇੱਕ ਦੋ ਮਸਲਿਆਂ ਗੁਰਮਤਿ ਨੂੰ ਗਹਿਰਾਈ ਨਾਲ ਜਾਣੀਆਂ ਹੀ ਨਹੀਂ। ਹਲੇ ਤਾਂ ਜਪਜੀ ਸਾਹਿਬ ਪੜ੍ਹ ਲੈਂਦੇ, ਇੰਨਾ ਹੀ ਸਵਾਲ ਗੁਰੂ ਨਾਨਕ ਸਾਹਿਬ ਦਾ ਵਸਾਲੀ ਦੇ ਵਿੱਚ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਾਰੀ ਗੁਰਮਤ ਇਹਦੇ ਦੁਆਲੇ ਘੁੰਮਦੀ ਹੈ ਤਾਂ ਮਸਲਾ ਹੱਲ ਹੋ ਜਾਣਾ ਸੀਗਾ। ਮੈਂ ਆਪਣੇ ਵਿਸ਼ੇ ਬੰਦਾ ਵਾਂ। ਤੁਸੀਂ ਗੁਰਮੁਖ ਕਿਹਨੂੰ ਗਿਣਦੇ ਹੋ? ਗੁਰੂ ਨਾਨਕ ਸਾਹਿਬ ਨੂੰ ਕਹਿਣ ਦੀ ਗੁਰਮੁਖ ਦੀ ਪਰਿਭਾਸ਼ਾ ਆਓ ਦੱਸਾਂ। ਗੁਰਮੁਖ ਕੌਣ? ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਧੜ ਕਢਾਵੈ, ਗੁਰਮੁਖ ਨਿਰਮਲ ਹਰਿ ਗੁਣ ਗਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ, ਗੁਰਮੁਖ ਰੋਮ ਰੋਮ ਹਰਿ ਧਿਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਸੱਚੇ ਰੱਬ 'ਚ ਅਭੇਦ ਹੁੰਦਾ ਗੁਰਮੁਖ, ਪਰ ਕਿਹੜਾ? ਕਹਿਣ ਲੱਗੇ ਗੁਰਮੁਖ ਸਾਚੇ ਕਾ ਭਉ ਪਾਵੈ। ਗੁਰਮੁਖ ਰੱਬ ਦੇ ਡਰ 'ਚ ਰਹਿੰਦਾ। ਭਉ ਦਾ ਅਰਥ ਹੁੰਦਾ ਡਰ। ਬਾਣੀ 'ਚੋਂ ਮੈਂ ਪੰਕਤੀ ਪੜ੍ਹ ਰਿਹਾ ਸੀਗਾ, ਮੁਸਲਮਾਨਾਂ ਦੇ ਅੰਦਰ ਵੱਡੇ ਅਹੁਦੇਦਾਰ ਨੂੰ ਸ਼ੇਖ ਕਿਹਾ ਜਾਂਦਾ, ਵਿਦਵਾਨ ਨੂੰ ਸ਼ੇਖ ਕਿਹਾ ਜਾਂਦਾ। ਤੇ ਸਤਿਗੁਰੂ ਕਹਿੰਦੇ ਸ਼ੇਖਾ ਅੰਦਰੋਂ ਜ਼ੋਰ ਛੱਡ, ਆਪਣਾ ਤਾਕਤ ਨਹੀਂ, ਹੰਕਾਰ ਕਰਦਾ ਛੱਡ ਦੇ। ਭਉ ਕਰ ਝੱਲ ਗਵਾਏ, ਰੱਬ ਦੇ ਡਰ ਵਿੱਚ ਆ ਜਾ। ਗੁਰ ਕੇ ਭੈ ਕੀਤੇ ਤਰੇ, ਭੈ ਵਿੱਚ ਨਿਰਭਉ ਪਰੇ। ਜਿਨ੍ਹਾਂ ਅੰਦਰ ਰੱਬ ਦਾ ਡਰ ਵਸ ਗਿਆ ਨਾ, ਉਹਨਾਂ ਨੇ ਨਿਰਭਉ ਰੱਬ ਨੂੰ ਪਾ ਲਿਆ, ਉਹ ਨਿਰਭਉ ਅਵਸਥਾ ਤੇ ਪਹੁੰਚ ਗਏ। ਗੁਰ ਕੇ ਭੈ, ਗੁਰੂ ਦੇ ਡਰ ਵਿੱਚ, ਰੱਬ ਦੇ ਡਰ ਵਿੱਚ। ਤੇ ਸੱਚ ਹੈ, ਜਿਹੜਾ ਬੰਦਾ ਰੱਬ ਦੇ ਡਰ ਵਿੱਚ ਰਹਿੰਦਾ ਉਹ ਕਦੇ ਚੋਰੀ ਜਾਰੀ ਕਰੇਗਾ, ਉਹ ਕਿਸੇ ਦੇ ਘਰ ਸੰਨ ਲਾਏਗਾ, ਕਿਸੇ ਨੂੰ ਘੱਟ ਤੋਲੇਗਾ, ਕਿਸੇ ਦਾ ਪਰਾਇਆ ਮਾਲ ਛਕੇਗਾ। ਗੁਰਮੁਖ ਦੀ ਪਰਿਭਾਸ਼ਾ ਚੰਗੀ ਤਰ੍ਹਾਂ ਖੋਲਣੀ, ਅੱਜ ਰੜਕਣੀ ਆਪਾਂ ਇਸ ਗੱਲ ਨੂੰ ਚੰਗੀ ਤਰ੍ਹਾਂ। ਰੱਬ ਦੇ ਡਰ ਵਿੱਚ ਰਹਿਣ ਵਾਲਾ ਕਦੇ ਕੋਈ ਮਾੜਾ ਕੰਮ ਕਰਦਾ ਹੀ ਨਹੀਂ। ਉਹਨੂੰ ਇੰਨਾ ਪਤਾ ਵਾਹਿਗੁਰੂ ਮੈਨੂੰ ਦੇਖਦਾ। ਜਿਹਨੂੰ ਅਸੀਂ ਰੋਜ਼ ਪੜ੍ਹਦੇ ਉਹ ਵੇਖੈ, ਉਹਨਾਂ ਨਜ਼ਰ ਨਾ ਆਵੇ ਬਹੁਤਾ। ਇਹ ਬੜਾਨ ਹੈਰਾਨੀ ਦੀ ਗੱਲ ਇਹ ਹੈ ਵੀ ਵਾਹਿਗੁਰੂ ਸਭ ਨੂੰ ਦੇਖਦਾ ਵੀ ਇਹ ਕੀ ਕਰਤੂਤਾਂ ਕਰਨ ਲਿਆ, ਤੇ ਬੰਦੇ ਨੂੰ ਰੱਬ ਦਿਸਦਾ ਨਹੀਂ ਗਾ। ਉਹਨੂੰ ਪਤਾ ਰੱਬ ਦੇ ਡਰ ਵਿੱਚ ਰਹਿਣ ਵਾਲਾ ਕਦੇ ਕਿਸੇ ਦਾ ਮਾੜਾ ਕਰੇਗਾ ਹੀ ਨਹੀਂ। ਮਾੜਾ ਕਰਨਾ ਛੱਡੋ, ਮਾੜਾ ਸੋਚੇਗਾ ਵੀ ਨਹੀਂ ਕਿਸੇ ਦਾ, ਕਦੇ ਕਿਸੇ ਦਾ ਮਾੜਾ ਨਹੀਂ ਸੋਚੇਗਾ ਜਿਹੜਾ ਰੱਬ ਦੇ ਡਰ ਵਿੱਚ ਰਹਿੰਦਾ। ਮੈਂ ਅੱਗੇ ਇੱਕ ਦਿਨ ਅੱਜ ਕੀਤੀ ਸੀ, ਉਹਦੀ ਤੇ ਅਵਸਥਾ ਹੀ ਉਹ ਜਿਹੀ ਬਣ ਜਾਂਦੀ, ਵਿਸਰ ਗਈ ਸਭ ਤਾਤ ਪਰਾਈ। ਤਾਤ ਪਰਾਈ ਦਾ ਮਤਲਬ ਹੁੰਦਾ ਸਾੜਾ, ਈਰਖਾ ਮੁੱਕ ਗਈ। ਹੁਣ ਤਾਂ ਕਦੋਂ ਮੁੱਕੀ? ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ। ਆਪਣਾ ਪਰਾਇਆ ਰਿਹਾ ਕੋਈ ਨਹੀਂ। ਰੱਬ ਦੇ ਡਰ 'ਚ ਰਹਿਣ ਵਾਲਾ ਕਦੇ ਕਿਸੇ ਦਾ ਬੁਰਾ ਕਰਨਾ ਨਹੀਂ ਸੋਚਦਾ ਵੀ ਨਹੀਂਗਾ। ਗੁਰਮੁਖ ਸਾਚੇ ਕਾ ਭਉ ਪਾਵੈ, ਦੂਜੀ ਅਵਸਥਾ। ਗੁਰਮੁਖ ਬਾਣੀ ਅਘੜ ਕਢਾਵੈ। ਉਹ ਗੁਰਮੁਖ ਗੁਰੂ ਦੀ ਬਾਣੀ ਰਾਹੀਂ ਅਨ ਘੜੇ ਮਨ ਨੂੰ ਘੜਦਾ। ਅਘੜ ਜਿਹੜਾ ਘੜਿਆ ਨਹੀਂ, ਕਢਾਵੇ ਨੂੰ ਘੜਨਾ। ਮਸਲਾ ਤਾਂ ਸਾਰਾ ਮਨ ਦਾ ਹੀ ਆ।
ਬੰਦਾ ਉਹੋ ਹੀ ਹੁੰਦਾ। ਤੇ ਆਪਾਂ ਕਹਿਣ ਲੱਗ ਪੈਂਦੇ, ਲੈ ਭਾਈ ਜੀ ਇਹ ਤਾਂ ਬੜਾ ਸੁਧਰ ਗਿਆ। ਸੁਧਰਿਆ ਕੀ ਹੁੰਦਾ? ਉਹਦੇ ਦੋ ਦੀ ਜਗ੍ਹਾ ਚਾਰ ਬਾਹਾਂ ਲੱਗੀਆਂ ਹੁੰਦੀਆਂ, ਅੱਖਾਂ ਦੋ ਦੀ ਜਗ੍ਹਾ ਚਾਰ ਹੋ ਗਈ। ਬੰਦਾ ਤਾਂ ਉਹੀ ਹੁੰਦਾ। ਉਹਦੀ ਤੱਕਣੀ, ਉਹਦੀ ਦੇਖਣੀ, ਉਹਦੀ ਬੋਲਣੀ, ਉਹਦਾ ਬੋਲ ਚਾਲ, ਉਹਦਾ ਵਰਤੋਂ ਵਿਹਾਰ ਦੁਨੀਆ ਨਾਲ ਵੱਖਰਾ ਹੋ ਜਾਂਦਾ, ਸੁਧਰ ਜਾਂਦਾ। ਲੈ ਅੱਗੇ ਹਮੇਸ਼ਾ ਲੜਦਾ ਸੀ ਸਾਰਿਆਂ ਨਾਲ, ਹੁਣ ਸਭ ਅੱਗੇ ਹੱਥ ਜੋੜਦਾ, ਬੜਾ ਮਿੱਠਾ ਬੋਲਦਾ, ਅੱਗੇ ਰੁੱਖਾ ਬੋਲਦਾ ਸੀਗਾ, ਅੱਗੇ ਪੰਗੇ ਹੀ ਪਾਉਂਦਾ ਸੀਗਾ, ਹੁਣ ਪੰਗੇ ਮਿਟਾਉਣ ਲੱਗ ਪਿਆ। ਲੜਕੇ ਕੀ ਲੈਣਾ ਭਰਾਵੋ, ਇਹ ਤਾਂ ਬਦਲ ਗਿਆ। ਘੜਨਾ ਸੀ ਮਨ ਨੂੰ ਆਪਣੇ ਬਾਣੀ ਰਾਹੀਂ। ਜਿਵੇਂ ਅਗਲਾ ਪੱਥਰ ਦੇ ਉੱਤੇ ਛੈਣੀਆਂ ਮਾਰ ਮਾਰ ਕੇ ਮੂਰਤੀ ਘੜਦਾ ਨਾ, ਮੂਰਤੀ ਘੜਦਾ, ਤੇ ਜਦੋਂ ਉਹ ਪੱਥਰ ਨੂੰ ਕੋਈ ਨਹੀਂ ਮੱਥਾ ਟੇਕਦਾ, ਜਦੋਂ ਘੜਿਆ ਜਾਂਦਾ ਪੱਥਰ, ਉਹਦੇ ਅੱਗੇ ਮੱਥੇ ਟੇਕਦੇ, ਲੈ ਵੀ ਭਗਵਾਨ ਹੈ, ਹੁੰਦਾ ਪੱਥਰ ਹੀ ਹੈ। ਐ ਮੇਰੇ ਹਾਥੋਂ में तरासे हुए पत्थर मूर्ति कड़ा, ऐ मेरे हाथों में तरासे हुए पत्थर आज मंदिर में भगवान बना बैठा है। कल तो तेन मैं शैनियां मारता सीगा, अज भगवान बन के बह गया। कमाल आख्या नहीं भरावो ने अपने आप को कढ़ा लिया। जिदन भाई लहणे वांगू बाणी अनुसार अपने आप को कढ़ा लिया ना, तो गुरु नानक साहब आप कहणगे हुण तू अंगद आ, मेरा रूप आ। जिदन तू कढ़ा लिया अपने आप। गुरु नानक साहब कुंडा खड़काउंदे जाके, ते लालो जाके दरवाजा खोलदा एमनाबाद, ते सतगुरु भाई लालो दे घर जांदे, ते सामने लालो फिर किले घड़न लग पैंदा। आपां नूं पता पिंडां वालियां डंगर बन्नण लई, पशु बन्नण लई आपां किले कढाउण जांदे ने तखाणां दे कोल। भाई लालो तखाण सी। अजकल जिहनूं रामगढ़िया की जांदे ने, रामगढ़िया कोई बरादरी थोड़ो, वो तो जस्सा सिंह वर्गे ने रामगढ़ ਉਹਦਾ ਪਿੰਡ ਸੀ, ਕਈਆਂ ਨੇ ਕਿਹਾ ਕਿਲਾ ਬਣਾਇਆ ਸੀਗਾ, ਤਾਂ ਉਹਨੂੰ ਰਾਮਗੜੀਆ ਕਹਿਣ ਲੱਗੇ, ਸਾਰਿਆਂ ਨੇ ਨਾਲ ਲਾ ਲਿਆ। ਲਾਲੋ ਵਾਲੇ ਆਪਣੇ ਆਪ ਨੂੰ ਕਹਾ ਕੇ ਕੋਈ ਨਹੀਂ ਰਾਜੀ, ਕਿਉਂ? ਕਿਉਂਕਿ ਲਾਲੋ ਨਾਲ ਤਾਂ ਨਾਂ ਲੱਗਣਾ ਸ਼ੂਦਰ, ਲਾਲੋ ਨੀਚ, ਉਧਰ ਨੂੰ ਕੁਦਰ ਕੇ ਰਾਜੀ ਨੇ। ਭਾਈ ਲਾਲੋ ਦੇ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾਂਦੇ, ਤੇ ਲਾਲੋ ਜਾਂਦਿਆਂ ਨੂੰ ਕਿੱਲੇ ਘੜਨ ਲਿਆ ਸੀ ਲੱਕੜ ਦੇ। ਤੇ ਆਪਣਾ ਪੰਜਾਬੀਆਂ ਦਾ ਇੱਕ ਸੁਭਾਅ ਆ, ਸਾਹਮਣੇ ਦੀਦਾ ਵੀ ਹੋਵੇ ਬੰਦਾ ਕੀ ਕਰਨ ਡਿਆ, ਤੇ ਫੇਰ ਵੀ ਪੁੱਛੀਦਾ, ਹੋਰ ਵੀਰ ਕੀ ਕਰਨ ਡੇ ਹੋ? ਸਾਡਾ ਸੁਭਾਅ ਆ, ਫੇਰ ਪੁੱਛੀਦਾ। ਤੇ ਗੁਰੂ ਨਾਨਕ ਸਾਹਿਬ ਜੀ ਤਾਂ ਪੰਜਾਬ 'ਚ ਹੀ ਜੰਮੇ ਆ, ਤੇ ਸਾਡੇ ਵਾਲਾ ਸੁਭਾਅ ਹੋਣਾ ਨਾ ਸੱਭਿਆਚਾਰਕ ਤੌਰ ਤੇ। ਸਾਹਮਣੇ ਦਿਸ ਰਿਹਾ ਕਿੱਲੇ ਘੜਨ ਡਿਆ, ਤੇ ਬਾਪੂ ਸਾਡਾ ਜਾ ਕੇ ਉਹਨੂੰ ਪਿਆਰ ਨਾਲ ਪੁੱਛਦਾ, ਲਾਲੋ ਕੀ ਪਿਆ ਕਰਦਾ? ਲਾਲੋ ਹੱਸ ਕੇ ਕਹਿਣ ਲੱਗਾ, ਬਾਬਾ ਕਿੱਲੇ ਘੜਨ ਡਿਆ, ਕਿੱਲੇ ਘੜਨ ਡਿਆ। ਬਾਬੇ ਨੇ ਵੀ ਅੱਗੋਂ ਹੱਸ ਕੇ ਕਮਾਲ ਕਰਤੀ। ਬਾਬਾ ਕਹਿਣ ਲੱਗਾ ਵੀ ਸਾਰੀ ਜ਼ਿੰਦਗੀ ਕਿੱਲੇ ਹੀ ਘੜੀ ਜਾਣੇ, ਕਦੇ ਆਪਣੇ ਆਪ ਨੂੰ ਵੀ ਘੜਨਾ। ਲਾਲੋ ਸਾਰੀ ਜ਼ਿੰਦਗੀ ਕਿੱਲੇ ਹੀ ਘੜਨੇ, ਤੇ ਕਦੇ ਆਪਣੇ ਆਪ ਨੂੰ ਵੀ ਘੜਨਾ ਆ। ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ, ਬਾਬਾ ਉਹ ਤਾਂ ਤੇਰੀ ਕਿਰਪਾ ਹੋਵੇ ਤਾਂ ਘੜਿਆ ਜਾਊਗਾ। ਹੁਣ ਵੇਖੋ ਬਾਣੀ ਰੋਜ਼ ਪੜ੍ਹਦੇ ਆ, ਤੇ ਕਦੇ ਅਰਥ ਨਹੀਂ ਨਾ ਦੇਖਦੇ, ਸਾਦਾ ਮਗਰ ਲੱਗ ਕੇ ਚਲੀਸੇ ਪੜ੍ਹੀ ਜਾਂਦੇ ਆ। ਗੱਲ ਤਾਂ ਬਣੇਗੀ ਨਾ, ਬਾਬਾ ਤਾਂ ਸਾਨੂੰ ਰੋਜ਼ ਕਹਿੰਦਾ, ਤਿੱਥੇ ਘੜੀਆ ਸੁਰਤ ਮਤ ਮਨ ਬੁੱਧ ਘਾੜੇ ਨੂੰ। ਜਿਵੇਂ ਸ਼ੈਣੀ ਮਾਰ ਮਾਰ ਘੜਦਾ ਨਾ, ਤੂੰ ਆਪਣੇ ਆਪ ਨੂੰ ਬਾਣੀ ਨਾਲ ਘੜ। ਸੌਖੇ ਲਫ਼ਜ਼ਾਂ 'ਚ ਇਤਿਹਾਸ ਚੋਂ ਕਹਿ ਦਿਆਂ, ਘੜਨ ਦਾ ਤਰੀਕਾ ਹੈ, ਕਿਆ ਗੁਰ ਕਹਿ ਕਿਆ ਹਮ ਕਰੇ। ਉਹ ਆਪਣੇ ਆਪ ਨੂੰ ਵੱਡਿਆ ਸਿੱਖੜਿਆ, ਸਿੱਖ ਖਵਾਉਣ ਵਾਲਿਆ। ਗੁਰੂ ਤੇਰਾ ਕੀ ਕਹਿਣ ਡਿਆ, ਤਾਂ ਤੇਰੇ ਲੱਛਣ ਕੀ ਆ, ਤੂੰ ਕੀ ਕਰਨ ਡਿਆ? ਗੁਰੂ ਕਹਿੰਦਾ ਨਸ਼ੇ ਨਹੀਂ ਕਰਨੇ, ਤੂੰ ਨਸ਼ਿਆਂ 'ਚ ਤੁਰ। ਆਪਣੇ ਆਪ ਨੂੰ ਸਿੱਖ ਖਵਾਉਂਦਾ, ਮੈਂ ਸਿੱਖ ਹੁੰਦਾ ਜੀ। ਗੁਰੂ ਕਹਿੰਦਾ ਕੇਸਾਂ ਦੀ ਜ਼ਿੰਦਗੀ ਨਹੀਂ ਕਰਨੀ, ਤੇ ਮੈਂ ਛੱਡਦਾ ਕੱਖ ਨਹੀਂ ਗਾ। ਹਰ ਥੋੜੇ ਚਿਰ ਬਾਅਦ ਨਾਈ ਦੁਕਾਨ ਤੇ ਜਾ ਕੇ ਬਹਿ ਜਾਣਾ, ਅਈ ਮੈਂ ਸਿੱਖ ਹੁੰਦਾ ਜੀ। ਕਿਸੇ ਵੀ ਪਾਸੇ ਤੋਂ ਲਾ ਲਓ। ਕਿਆ ਗੁਰ ਕਹਿ ਕਿਆ ਹਮ ਕਰੇ, ਮੈਂ ਕੀ ਕਰਨ ਡਿਆ, ਮੇਰੇ ਲੱਛਣ ਕੀ ਆ? ਤੇ ਗੁਰੂ ਕੁਛ ਹੋਰ ਕਹਿਣ ਡਿਆ, ਕੀ ਮੈਂ ਬਾਕੀ ਗੁਰਸਿੱਖ ਆ? ਲਾਲੋ ਨੇ ਆਪਣੇ ਆਪ ਨੂੰ ਘੜਿਆ। ਬਾਰ-ਬਾਰ ਬਾਬਾ ਉਹਦਾ ਬਾਣੀ 'ਚ ਨਾਂ ਲਿਖਦਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਉਹ ਘੜਿਆ ਗਿਆ, ਆਪਣੇ ਆਪ ਨੂੰ ਘੜ ਲੈ। ਜੇ ਗੁਰਮੁਖ ਬਣਨਾ, ਬਾਣੀ ਅਨੁਸਾਰ ਜੀਵਨ ਹੋਣਾ ਚਾਹੀਦਾ। ਗੁਰਮੁਖ ਤਾਂ ਹੀ, ਨਹੀਂ ਤਾਂ ਗੁਰਮੁਖ ਨਹੀਂ ਬਣ ਸਕਦਾ, ਜਿੰਨਾ ਮਰਜ਼ੀ ਸਦਾਈ ਜਾ।
ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਘੜ ਕਢਾਵੈ, ਗੁਰਮੁਖ ਨਿਰਮਲ ਹਰ ਗੁਣ ਗਾਵੈ। ਸਾਡਾ ਕੀ ਸਵਾਲ ਹੈ? ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿੱਥੇ ਕਿਤੇ ਜਾਈਏ ਵੀ ਲੋਕ ਮੇਰੇ ਗੁਣ ਗਾਉਣ, ਵੀ ਫਲਾਨਾ ਬੰਦਾ ਤਾਂ ਬੜਾ ਗੁਣੀ ਗਿਆਨੀ ਆ, ਵੀ ਬੜਾ ਸਿਆਣਾ। ਮੈਨੂੰ ਲੱਗਦਾ ਵੀ ਕਥਾਵਾਚਕ ਭਾਈ ਜੀ ਕਮਾ ਇਹਨੂੰ ਪੋਪਾ ਹੀ ਹੰਕਾਰ ਹੋ ਜਾਣਾ, ਵੀ ਆਪਣੇ ਆਪ ਨੂੰ ਫੰਨੇ ਕਾ ਸਮਝਣ ਲੱਗ ਪੈਣਾ। ਭਾਈ ਲਫ਼ਜ਼ ਵਰਤੋਂ ਬਹੁਤਿਆਂ ਨੂੰ ਮੈਂ ਦੇਖਿਆ, ਉਹਨਾਂ ਨੂੰ ਲੱਗਦਾ ਵੀ ਯਾਰ ਇਹ ਕੀ ਕਹੀ ਜਾਂਦੇ ਆ। ਸਟੇਜ ਸਕੱਤਰ ਨੂੰ ਭਾਈ ਨਹੀਂ ਕਹਿਣਾ ਚਾਹੀਦਾ ਸੀ, ਮੈਨੂੰ ਕਹਿਣਾ ਚਾਹੀਦਾ ਸੀ ਸਿੰਘ ਸਾਹਿਬ, ਗਿਆਨੀ ਜੀ, ਪ੍ਰੋਫੈਸਰ, ਸੰਤ, ਮਹਾਂਪੁਰਸ਼, ਇੱਦਾਂ ਦੇ ਲਕਬ ਮੇਰੇ ਮੂੰਹ ਲੱਗੇ। ਫੇਰ ਮੈਨੂੰ ਮੰਗਾ ਪੱਠੇ ਪੈਂਦੇ ਮੇਰੀ ਹਉਮੈ ਨੂੰ, ਵੀ ਵਾਹ ਆਹ ਗੱਲ ਬਣੀ ਨਾ, ਲੋਕਾਂ ਨੂੰ ਪਤਾ ਲੱਗਾ। ਤੈਨੂੰ ਤਾਂ ਚਾਹੀਦਾ ਕਿ ਇਹ ਗੁਰਮੁਖ ਗਾਉਣੇ, ਆਪਣੇ ਗੁਣ ਨਹੀਂ ਗਵਾਉਂਦਾ ਵੀ ਮੇਰੇ ਸੋਲੇ ਗਾਓ ਦੁਨੀਆ ਅੰਦਰ, ਬਾਕੀਆਂ ਤਾਂ ਛੱਡੋ, ਗੁਰਦੁਆਰੇ ਆਣ ਕੇ ਵੀ ਅਸੀਂ ਛੱਡਦੇ ਨਹੀਂਗੇ। ਮੇਰੇ ਗਲ 'ਚ ਪਵੇ ਸਰੂਪਾ ਤੇ ਲੋਕੀ ਮੇਰੀ ਬੱਲੇ ਬੱਲੇ ਕਰਨ, ਫੇਰ ਮੈਂ ਫੁੱਲਿਆ ਸਮਾਉਣਾ। ਗੁਰਦੁਆਰੇ ਆਣ ਕੇ ਤੇ ਘੱਟੋ ਘੱਟ ਗੁਰੂ ਦੇ ਗੁਣ ਗਾ। ਇੱਥੇ ਆਇਆ ਹੀ ਗੁਰੂ ਦੇ ਗੁਣ ਗਾਉਣ ਸੀ। ਜੇ ਆਪਣੇ ਗੁਣ ਨਹੀਂ ਗਾ ਸਕਦਾ, ਨੀਵਾਂ ਆ, ਫਿਰ ਦੂਜਿਆਂ ਦੇ ਗੁਣ ਗਾਈ ਜਾਂਦਾ। ਹੁਣ ਤੁਸੀਂ ਕਹੋਗੇ ਉਹ ਕਿਵੇਂ? ਚਾਪਲੂਸੀ ਤੌਰ ਤੇ ਕੋਈ ਵੀ ਦੂਜਾ ਵੱਡਾ ਆ ਜਾਏ, ਫਿਰ ਉਹਦੇ ਲਈ ਸਟੇਜ ਤੇ ਖੜ ਖੜ ਕੇ ਸੋਲੇ ਗਾਏ ਜਾ ਰਹੇ, ਪੜ੍ਹੇ ਜਾ ਰਹੇ। ਇਹ ਤਾਂ ਤੁਸੀਂ ਆਪ ਦੇਖਿਆ। ਬੰਦਾ ਸ਼ਰਾਬੀ ਮਰ ਜਾਏ, ਸ਼ਰਾਬ ਪੀ ਕੇ ਮਰਿਆ ਹੋਵੇ, ਤੇ ਗੁਰਦੁਆਰੇ ਸ਼ਰਧਾਂਜਲੀ ਇਹੋ ਹੀ ਦਿੱਤੀ ਜਾਣੀ ਵੀ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਵੀ ਬੜੀ ਗੁਰਮੁਖ ਰੂਹ ਸੀ ਜੀ, ਬੜੀ ਗੁਰਮੁਖ ਰੂਹ ਸੀ। ਜਿਵੇਂ ਲੀਡਰ ਕਹਿੰਦੇ ਹੁੰਦੇ, ਭਾਵੇਂ ਮਿਲੇ ਵੀ ਨਹੀਂ ਹੁੰਦੇ ਭਾਪੇ ਨੂੰ, ਫਿਰ ਵੀ ਕਹਿਣਗੇ ਭਾਪਾ ਜੀ ਵੋਟਾਂ ਸਾਨੂੰ ਬੜੀ ਹੱਲਾਸ਼ੇਰੀ ਦਿੰਦੇ ਹੁੰਦੇ ਸੀ, ਬੜੇ ਮਰਦ ਦਲੇਰ ਸੀ, ਕਦੇ ਵੀ ਨਹੀਂ ਮਿਲੇ ਹੁੰਦੇ ਆ। ਉਹ ਘੱਟੋ ਘੱਟ ਗੁਰੂ ਦਾ ਭੈ ਤਾਂ ਰੱਖ, ਗੁਰੂ ਦੀ ਹਜ਼ੂਰੀ ਵਿੱਚ ਤਾਂ ਨਾ ਕਹਿ। ਕਹਿਣਾ ਤਾਂ ਬਾਹਰ ਵੀ ਮਾੜਾ, ਸਭ ਜਗ੍ਹਾ ਝੂਠ ਤਾਂ ਝੂਠ ਆ, ਤੇ ਤੂੰ ਗੁਰਦੁਆਰੇ ਆਣ ਕੇ ਗੁਣ ਕਾਹਦੇ ਲਈ ਗਵਾ ਰਿਹਾ? ਜਾਂ ਮੇਰੇ ਗਾਓ ਜਾਂ ਚਾਪਲੂਸੀ ਲਈ ਮੈਂ ਤੁਹਾਡੀ ਗਾਉਣਾ ਵੀ ਫਲਾਨਾ ਤਾਂ ਬਹੁਤ ਵਧੀਆ, ਬਹੁਤ ਵਧੀਆ। ਗੁਰਮੁਖ ਇਹ ਦੋਨਾਂ ਤੋਂ ਉੱਪਰ, ਨਾ ਆਪਣੇ ਗੁਣ ਗਵਾਉਂਦਾ ਨਾ ਕਿਸੇ ਦੇ ਗਾਉਂਦਾ, ਉਹ ਤਾਂ ਰੱਬ ਦੇ ਗੁਣ ਗਾਉਂਦਾ। ਗੁਰਮੁਖ ਨਿਰਮਲ ਹਰ ਗੁਣ ਗਾਵੇ, ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸੋ ਨਿਰਮਲ, ਨਿਰਮਲ ਹਰ ਗੁਣ ਗਾਵੇ, ਸੋ ਭਾਈ ਮੇਰੇ ਮਨ ਭਾਵੈ। ਉਹ ਭਰਾ ਮੇਰਾ ਮੈਨੂੰ ਚੰਗਾ ਬੜਾ ਲੱਗਦਾ ਜਿਹੜਾ ਰੱਬ ਦੇ ਗੁਣ ਗਾਉਂਦਾ, ਬੰਦਿਆਂ ਦੇ ਨਹੀਂ, ਆਪਣੇ ਨਹੀਂ, ਉਹ ਰੱਬ ਦੇ ਗੁਣ ਗਾਉਂਦਾ, ਵਾਹਿਗੁਰੂ ਦੇ ਗੁਣ ਗਾਉਂਦਾ। ਸਾਨੂੰ ਤਾਂ ਬਾਣੀ ਵਾਰ-ਵਾਰ ਕਹੇਗੀ ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਾਰਥ ਕੀਨ, ਗੁਣ ਗੋਬਿੰਦ ਗਾਇਓ ਨਹੀਂ। ਤੁਰਨਾ ਤਾਂ ਕਿਸ ਪਾਸੇ ਕਰੋ, ਕਿਧਰ ਨੂੰ ਪਿਆ। ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਘੜ ਕਢਾਵੈ, ਗੁਰਮੁਖ ਨਿਰਮਲ ਹਰ ਗੁਣ ਗਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਉਹਦੀ ਤਾਂ ਸੋਚ ਹੀ ਬੜੀ ਪਵਿੱਤਰ ਹੋ ਜਾਂਦੀ। ਉਹ ਤੇ ਜੀਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਨਿਰਮਲ, ਜੀਉ ਤਾਂ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਗੁਰੂ ਦੇ ਕਹੇ ਅਨੁਸਾਰ ਉਹਦੀ ਕਰਨੀ ਹੋ ਜਾਂਦੀ, ਉਹਦਾ ਕਰੈਕਟਰ ਹੋ ਜਾਂਦਾ, ਉਹਦਾ ਆਚਰਣ ਇਖਲਾਕ ਗੁਰੂ ਦੇ ਕਹੇ ਅਨੁਸਾਰ। ਉੱਥੇ ਤੇ ਹਾਲਾਤ ਅੰਦਰ ਏਦਾਂ ਕੂੜ ਕੀ ਸੋਏ ਪਹੁੰਚੇ ਨਾ ਹੀ। ਸੋਏ ਦਾ ਮਤਲਬ ਖਬਰ, ਉਹ ਅੰਦਰੋਂ ਬਾਹਰੋਂ ਨਿਰਮਲ ਬੰਦਾ, ਉਹਦੇ ਅੰਦਰ ਤਾਂ ਝੂਠ ਦੀ ਖਬਰ ਵੀ ਨਹੀਂ ਪਹੁੰਚਦੀ। ਝੂਠ ਬੋਲਣਾ ਤਾਂ ਦੂਰ ਦੀ ਗੱਲ ਹੈ, ਗੁਰਮੁਖ ਬਣਨ ਦੀ ਮੈਂ ਬੇਨਤੀ ਕਰ ਰਿਹਾ। ਉਹ ਤਾਂ ਜੀਓ ਨਿਰਮਲ, ਬਾਹਰੋਂ ਨਿਰਮਲ। ਏਦਾਂ ਨਹੀਂ ਵੀ ਜੀਓ ਮੈਲੇ ਬਾਹਰੋਂ ਨਿਰਮਲ। ਦੋਨੇ ਗੁਰੂ ਅਮਰਦਾਸ ਸਾਹਿਬ ਨੇ ਪੱਖ ਰੱਖੇ ਨਾ ਆਨੰਦ ਸਾਹਿਬ ਦੇ ਅੰਦਰ। ਉਹ ਅੰਦਰੋਂ ਬਾਹਰੋਂ ਇੱਕ, ਜੋ ਅੰਦਰ ਹੈ ਬਾਹਰ। ਗੁਰਮੁਖ ਪਵਿੱਤਰ ਪਰਮ ਪਦ ਪਾਵੈ, ਇੱਥੇ ਬਸ ਨਹੀਂ, ਗੁਰਮੁਖ ਰੋਮ ਰੋਮ ਹਰ ਧਿਆਵੈ। ਹਰ ਵਕਤ ਉਹਦੇ ਅੰਦਰੋਂ ਰੱਬ ਦਾ ਨਾਮ ਨਿਕਲਦਾ, ਰੱਬ ਦੀ ਯਾਦ ਨਹੀਂ ਭੁੱਲਦੀ। ਗੁਰਮੁਖ ਨਾਨਕ ਗੁਰਮੁਖ ਸਾਥ ਸਮਾਵੇ। ਇਹੋ ਜਿਹਾ ਗੁਰਮੁਖ ਸੱਚੇ ਰੱਬ ਵਿੱਚ ਸਮਾ ਜਾਂਦਾ, ਅਭੇਦ ਹੋ ਜਾਂਦਾ, ਇੱਕ ਮਿਕ ਹੋ ਜਾਂਦਾ। ਗੁਰਮੁਖ ਥੋੜਾ ਜਿਹਾ ਹੋਰ ਖੋਲ। ਭਾਈ ਗੁਰਦਾਸ ਸਾਹਿਬ ਦੀ ਵਾਰ ਨੰਬਰ 12 ਪੌੜੀ ਨੰਬਰ 7 ਆ। ਥੋੜਾ ਬਹੁਤਾ ਇੱਧਰ ਉੱਧਰ ਹੋ ਜਾਏ ਤਾਂ ਮੈਨੂੰ ਖਿਮਾ ਕਰ। ਗੁਰਮੁਖ ਇਹਨਾਂ ਆਪਾਂ ਆਪਣੀ ਗੱਲ ਕਰ ਰਹੇ, ਮੈਂ ਆਪਣੀ ਵੀ ਕਰ ਰਿਹਾ, ਤੁਹਾਡੀ ਜਿੰਨੇ ਸੁਣ ਰਹੇ ਹੋ ਕਰ ਰਹੇ। ਅੱਜ ਤੋਂ ਬਾਅਦ ਇੰਨਾ ਕੁ ਸਮਝਣਾ ਪਏਗਾ ਵੀ ਮੈਂ ਗੁਰਮੁਖ ਹਾਂ, ਕਫੋਕਾ ਹੀ ਕਹਾਉਣਾ ਹੈ। ਖੁਸ਼ ਹੁੰਦਾ ਵੀ ਲੋਕ ਮੈਨੂੰ ਕਹਿਣ। ਭਾਈ ਗੁਰਦਾਸ ਸਾਹਿਬ ਖੁਦ ਗੁਰਮੁਖ। ਹਾਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ,
गरीबी आवे हों तिस घोल कमाया पर नारी दे नेड़ ना जावे हों तिस घोल कमाया पर दरवे नूं हथ ना लावे हों तिस घोल कमाया थोड़ा सवै थोड़ा ही खावे हों तिस घोल कमाया सतगुर दा उपदेश कमावे हों तिस को। भाई साहब ने तत्त कढ़े गुरमुख सोई। गुरमुख कौन है? एक एक पंक्ति नूं लो फिर गल बनेगी, समझ आएगा गुरमुख कौन होंदा है। मैं उहदे तो कुर्बान। घोल कमाया का मतलब होंदा बलिहार जाना, सदकी जाना, खन्नीए वंझां बाणी जी दा लफ्ज़ कही आएगी। किहदे तो? जिहड़ा गुरमुख बन गया। ते गुरमुख दा पहला गुण की है भाई गुरदास साहिब अनुसार? गुरमत हृदय गरीबी आवे। ਉਹਦੇ अंदर गुरु की मत अनुसार गरीबी का मतलब यह नहीं कि कपड़े पाटे होण ते बेचारा नंगा भुखा जाए। गरीबी का मतलब निमरता। गरीबी का मतलब है निमरता, निमाणापन। जो सुखमनी साहब पढ़ते हैं ना, जिन्हों कहते हैं सुखी बसै मस्कीनियां, मस्कीनियां का अर्थ ही निमरता वाला, गरीबी वाला। आप निवार तले बड़े बड़े अंकारियां नानक गर्भ गले। कदी इस अष्टपदी में ध्यान ना पढ़ो। उस अष्टपदी के अंदर, श्लोक तो बाद अष्टपदी के अंदर, जिसके अंतर राज अभिमान सो नरक पाती होवत स्वाम जो जाने में जोवनवंत सो होवत विष्टा का जंत आपस को कर्मवंत कहावै जन्म मरै बहु जोन परमावै धन भूमिका जो करे गुमान सो मूर्ख अंधा ज्ञान। फिर कहते कर कृपा जिसके हृदय गरीबी वसावै नानक इहां मुक्त आगे सुख पावे। जिसके हृदय गरीबी वसावे केदी उत्ते उदाहरणा ने, जिसके अंतर राज भमान। जिस बंदे नूं अपने राजे होने का हंकार, मैं तो एडा राजा। जिसके अंतर राज भमान ते साहब उन्होंने डिग्री की देंदे ने। जिसके अंतर राज भमान सो नरक पाती होवत स्वान कुत्ता दर दर मंगता फिरदा नरकां दा। जो जाने मैं जोवनवंत। जदों कदे जवानी अपने सनखेपणे का हंकार जाके पंक्ति ये पढ़ दियो, मैं कंब जाता, मैनूं पसीने छुटन लग पैंदे। काहदा हंकार? जवानी का, सनखेपन का। ਇਹਦਾ मतलब तेन रब थोड़ा चेते, तेन तो हंकार फतूर आ भी मैं सोहना, मैं सोहना। जब सुखमनी साहब सुखमनी पढ़ते सुखां दी मणी सुख लैणी दी इज्जत पढ़ी नहीं करे। मेरा सुधार हो सुखां दी बणी तो मेरी जिंदगी पलटी। जिदन अर्थां नाल पढ़न लग पे उदन पता जो जाने मैं जोवनवंत। हंकार है ना, तो गुरु नूं पुछी गुरु तेन की समझदा? सो होवत विष्टा का जंत। विष्टा किहनूं कहंदे जी? मल मूत्र नूं, गंद नूं। ते जिथे गंद पिया होवे भावें अपना ही पिया, बंदा थुक के लंघदा, थुक के लंघदा उत्थों। गंद वाल देख के राजी कोई? अख चढ़ा के लंघेगा इहदे पासे मूँह करके गंद पिया के। और विष्टा का कीड़ा ਉਹ 'ਚ ਹੀ ਜੰਮਦਾ ਤੇ ਉਹਦੇ ਵਿੱਚ ਹੀ ਮਰ ਜਾਂਦਾ। ਉਹਦਾ ਜ਼ਿੰਦਗੀ ਜੀਵਨ ਇੰਨਾ ਕੀ ਹੁੰਦਾ, ਗੰਦ ਦੇ ਵਿੱਚ ਕੀੜੇ ਪੈਂਦੇ ਨੇ, ਸੁੰਡੀਆਂ ਪੈਂਦੀਆਂ, ਉਹਨੀਆਂ ਕਿ ਜੰਮਦੀਆਂ ਉੱਥੇ ਕਿ ਮਰ ਮੁਰ ਜਾਂਦੀਆਂ ਨੇ। ਤੂੰ ਗੰਦ ਦਾ ਕੀੜਾ ਜੇ ਤੈਨੂੰ ਆਪਣੇ ਹੁਸਨ ਜਵਾਨੀ ਦਾ ਮਾਣ ਹੈ। जो जाने मैं जोवनवंत। मेरे को समा नहीं, मैं एक एक पंक्ति खोला क्योंकि भाई गुरदास साहब सारी पौड़ी रह जाएगी, मैं छोटे रूप में बेनतियां कर रहे हैं। सोवत बिष्टा का जंत आपस को कर्मबंत कहावै जन्म मरै बहु जोन भरमावै। कर्मबंत का अर्थ होता भी कर्म कांडी। मैं तो देखो जी सारे धर्म कर्म करता फिरदा, हंकार होना। जिन्होंने सतगुरु ने कहा तीर्थ वर्त अरदान कर मन में धरै गुमान है। मैं तीर्थां की यात्रा करता, मैं दान करता, मैं आ करदा। आपस को कर्मवंत कहावै जन्म मरै बहुत जोन भरमावै। लै तेरे पुन दा ने उल्टा चक्रां च पाता। धन भूमिका जो करे गुमान। जिन्हों अपने पैसे का हंकार है, भूमि का जमीन जायदाद का हंकार है, तो सतगुरु पता उन्हें की लगते हैं? सो मूर्ख। कला मूर्ख है नहीं, अंधा, अकल तो हीना, अज्ञानी। सो मूर्ख अंधा अज्ञान। सिट्टा कटते हैं कर कृपा जिसके हृदय गरीबी बसावे। दातिया जिते तू तरस करे गरीबी निमरता जिन्हों तू बख्श दे। पर हंकार की गल सी, थले निमाणेपन की गल।
ਉਹ ਬੰਦਾ ਖਲਾਸੀ ਪਾ ਗਿਆ, ਮੁਕਤ ਹੋ ਗਿਆ, ਜਿਹਦੇ ਅੰਦਰ ਗਰੀਬੀ ਆ ਗਈ। ਕਬੀਰ ਸਾਹਿਬ ਦਾ ਇੱਕ ਸ਼ਲੋਕ ਉਦਾਹਰਨ ਵਜੋਂ ਤੁਹਾਨੂੰ ਸੁਣਾਵਾਂ। ਕਹਿਣ ਲੱਗੇ, ਰੇਤਾ ਇਕੱਠੀ ਕਰਿਓ ਥੋੜੀ ਜਿਹੀ, ਤੇ ਵਿੱਚ ਇੱਕ ਬੁੱਕ, ਇੱਕ ਲੱਪ ਖੰਡ ਦੀ ਪਾ ਦਿਓ, ਮਿੱਟੀ 'ਚ ਰਲਾ ਦਿਓ, ਉਹਨੂੰ ਮਿਕਸ ਕਰ ਦਿਓ। ਤੇ ਜਦੋਂ ਰੇਤੇ ਦੇ ਵਿੱਚ ਮਿੱਟੀ 'ਚ ਖੰਡ ਰਲ ਗਈ ਨਾ, ਹਾਥੀ ਨੂੰ ਲੈ ਆਏ। ਹੁਣ ਹਾਥੀ ਸਭ ਤੋਂ ਵੱਡਾ, ਉਹਨੂੰ ਲਿਆ ਕੇ ਇੰਨਾ ਹੀ ਕਹਿਣਾ ਵੀ ਭਰਾਵਾ ਮਿੱਟੀ 'ਚੋਂ ਖੰਡ ਕੱਢ। ਉਹਨੇ ਇੱਕ ਫੁੰਕਾਰਾ ਜਿਹਾ ਮਾਰਨਾ, ਫੁਰ ਦੇਣੀ ਕਰਕੇ, ਤੇ ਨਾ ਖੰਡ ਲੱਭਣੀ ਨਾ ਮਿੱਟੀ, ਤੇ ਸਭ ਉਡਾ ਛੱਡਣੀ। ਤੁਲਨਾ ਦੇਖੋ ਕਿੱਥੇ ਹੋ ਰਹੀ ਕਬੀਰ ਸਾਹਿਬ ਦੇ ਸ਼ਲੋਕ। ਦੂਜੇ ਬੰਨੇ ਹੁਣ ਇੱਕ ਕੀੜੀ ਲੈ ਕੇ ਆਓ, ਕੀੜੀ ਨੂੰ ਕਹੋ ਵੀ ਭੈਣ ਮਿੱਟੀ 'ਚੋਂ ਖੰਡ ਕੱਢ। ਉਹਨੇ ਵਿੱਚ ਵੜ ਕੇ ਇੱਕ ਇੱਕ ਦਾਣਾ ਫੜ ਇਦਾਂ ਲਿਆ, ਕੱਢ ਕੇ। ਗੱਲ ਕੀੜੀ ਹਾਥੀ ਦੀ ਨਹੀਂ, ਗੱਲ ਸਾਡੇ ਮਨ ਦੀ ਆ। ਜਦੋਂ ਤੇਰਾ ਮਨ ਹਾਥੀਆਂ ਨੂੰ ਫੁੰਕਾਰੇ ਮਾਰਦਾ ਫਿਰੇ, ਮੈਂ ਵੱਡਾ, ਰੱਬ ਨਹੀਂ ਮਿਲਣਾ। ਜਦੋਂ ਆਪਣੇ ਆਪ ਨੂੰ ਨੀਵਾਂ ਸਮਝਣ ਲੱਗ ਪਿਆ ਕੀੜੀਆਂ ਨੂੰ ਨਾ, ਤੇ ਕੱਲੇ ਵਿੱਚ ਤੈਨੂੰ ਰੱਬ ਦੱਸਣਾ ਕਿ ਮਿੱਠੇ ਵਾਂਗੂ ਤਾਂ ਚੁਣ ਲਿਆ, ਇਹਦੇ 'ਚ ਵੀ ਰੱਬ ਹੈ, ਇਹਦੇ 'ਚ ਵੀ ਰੱਬ, 'ਚ ਤੈਨੂੰ ਸਭ ਚੱਕਾ। ਹਰ ਹੈ ਖਾਂਡ, ਰੱਬ ਖਾਂਡਿਆ। ਰੇਤ ਮੈਂ ਵਿਖਰੀਆ ਦੁਨੀਆ ਮਿੱਟੀ ਦਾ ਢੇਰ ਆ, ਰੱਬ ਇਹਦੇ ਵਿੱਚ ਸਮਾਇਆ, ਮਿੱਟੀ ਦੇ ਵਿੱਚ। ਸਭ ਜਗ੍ਹਾ ਰੱਬ ਹੀ ਹੈ ਨਾ। ਹਰ ਹੈ ਖਾਂਡ ਰੇਤ ਮੈਂ ਵਿਖਰੀ, ਹਾਥੀ ਚੁਣੀ ਨਾ ਜਾਏ। ਹਾਥੀ ਨਹੀਂ ਲੱਭ ਸਕਦਾ, ਕਹੇ ਕਬੀਰ ਗੁਰ ਭਲੀ ਬੁਝਾਈ। ਗੁਰੂ ਨੇ ਬੜਾ ਤਰਸ ਕੀਤਾ ਮੇਰੇ ਤੇ, ਚੀਚੀ ਹੋਏ ਕਹਿ ਖਾਏ। ਮੈਨੂੰ ਕਹਿੰਦਾ ਨੀਵਾਂ ਹੋ, ਨਿੱਕਾ ਬਣ, ਇੱਕ ਇੱਕ ਚੀਜ਼ ਲੱਭ ਕੇ ਲਿਆਏਗਾ, ਤੈਨੂੰ ਰੱਬ ਦੱਸੇਗਾ ਸਾਰਿਆਂ ਵਿੱਚ। ਨਿਮਰਤਾ ਤਾਂ ਲਿਆ ਅੰਦਰ। ਅਸੀਂ ਤਾਂ ਗੁਰਦੁਆਰੇ ਵੀ ਆਈਦਾ, ਆਕੜ ਲਿਆ ਕਿ ਮੈਂ ਕੁਛ ਹਾਂ, ਇਸ ਸ਼ਹਿਰ ਦਾ ਵਸਿੰਦਾ, ਮੈਨੂੰ ਲੋਕਾਂ ਨੂੰ ਪਤਾ ਵੀ ਮੈਂ ਕੁਛ ਹੈਗਾ। ਸਰੂਪ ਸਿੰਘ ਲੱਗ ਦੀ ਇੱਕ ਘਟਨਾ ਲਿਖੀ, ਮੈਂ ਕਈ ਵਾਰੀ ਜ਼ਿਕਰ ਕਰਦਾ, ਸੱਚੀ ਘਟਨਾ। ਰੱਬ ਵਾਲੇ ਪਾਸੇ ਨੂੰ ਜੋੜੋਗੇ ਤਾਂ ਚੰਗੀ ਲੱਗੇਗੀ, ਉਹਦੇ ਬਾਲ ਦੀ ਖੱਲ ਲਾਉਣ ਲੱਗ ਪਿਆ ਤਾਂ ਕੁਛ ਹੋਰ ਦਾ ਹੋਰ ਵੀ ਬਣ ਜਾਏਗਾ। ਸਰੂਪ ਸਿੰਘ ਲੱਗ, ਉਹਦੀ ਕਿਤਾਬ ਹੈਗੀ ਆ ਹਰਮੰਦਰ ਦਰਸ਼ਨ, ਇੱਕ ਕਿਤਾਬ ਹੈ ਸਿੱਖੀ ਮਹਾਨ, ਦੋਨਾਂ 'ਚ ਘਟਨਾ ਹੈ। ਦਰਬਾਰ ਸਾਹਿਬ ਕਹਿੰਦਾ ਮੈਂ ਗਿਆ, ਕਾਰਨ ਉਹ ਪੰਜਾਬ ਬਿਜਲੀ ਬੋਰਡ ਦੇ ਵਿੱਚ ਡਾਇਰੈਕਟਰ ਸੀ ਸਰੂਪ ਸਿੰਘ ਅਲੱਗ। ਕਿਤਾਬ ਥੱਲੇ ਉਹਦੀ ਪਈਆਂ, ਸ਼ਾਇਦ ਇੱਥੇ ਵਿੱਚ ਪਈ ਵੀ ਹੋਵੇ ਹਰਮੰਦਰ ਦਰਸ਼ਨ। ਦਰਬਾਰ ਸਾਹਿਬ ਜਾਣ ਦਾ ਮਕਸਦ ਇਹ ਸੀ ਵੀ ਕਿਉਂਕਿ ਅੰਮ੍ਰਿਤਸਰ ਦੇ ਅੰਦਰ ਬਿਜਲੀ ਬੋਰਡ ਵਾਲਿਆਂ ਨੇ ਨਵੇਂ ਮੁਲਾਜ਼ਮਾਂ ਦੀ ਭਰਤੀ ਕਰਨੀ ਸੀ, ਤੇ ਕਹਿੰਦਾ ਮੈਂ ਅਫਸਰ ਹੋਣ ਦੇ ਨਾਤੇ ਉਹਨਾਂ ਦੀ ਇੰਟਰਵਿਊ ਲੈਣੀ ਸੀ। ਤੇ ਇੱਕ ਦਿਨ ਪਹਿਲਾਂ ਚਲੇ ਗਿਆ ਅੰਮ੍ਰਿਤਸਰ ਸਾਹਿਬ, ਵੀ ਸਵੇਰੇ ਨਾ ਦਰਬਾਰ ਸਾਹਿਬ ਜਾ ਕੇ ਆਸਾ ਦੀ ਵਾਰ ਦਾ ਕੀਰਤਨ ਸੁਣਾਂਗੇ, ਫਿਰ ਉਹ ਤੋਂ ਬਾਅਦ ਚੱਲ ਜਾਂਗੇ ਇੰਟਰਵਿਊ ਲੈਣ ਦੇ ਲਈ। ਤੇ ਮੈਂ ਹਨੇਰੇ ਹੀ ਚਲਾ ਗਿਆ ਆਸਾ ਦੀ ਵਾਰ ਦੇ, ਜਿੱਥੇ ਰਾਗੀ ਬੈਠੇ ਹੁੰਦੇ ਨੇ, ਮੈਂ ਪਿੱਛੇ ਜਾ ਕੇ ਬਹਿ ਗਿਆ। ਆਸਾ ਦੀ ਵਾਰ 'ਚ ਮੈਂ ਮਗਨ, ਤੇ ਬੜੇ ਚਿਰ ਬਾਅਦ ਮੇਰੇ ਧਿਆਨ, ਪਹਿਲਾਂ ਨਹੀਂ ਆਇਆ, ਮੇਰੇ ਧਿਆਨ 'ਚ ਆਇਆ ਕਿ ਜਿਹੜਾ ਬਾਬਾ ਮੇਰੇ ਮੂਹਰੇ ਇੱਕ ਬਜ਼ੁਰਗ ਬੈਠਾ, ਬੁੱਢਾ ਬਾਬਾ, ਚਿੱਟੀ ਦਾੜੀ ਤੇ ਕੱਪੜੇ ਮੈਲੇ ਕਚਲੇ ਜਿਹੇ ਪਾਏ, ਟਾਕੀਆਂ ਲੱਗੀਆਂ, ਥਾਂ ਟਾਕੀਆਂ ਲੱਗੀਆਂ ਨੇ ਕੱਪੜਿਆਂ ਨੂੰ। ਤੇ ਕਹਿੰਦੇ ਐਵੇਂ ਮੇਰੇ ਮਨ 'ਚ ਆ ਗਿਆ ਵੀ ਮਨਾ ਬਾਪੂ ਕਿੱਡਾ ਮਗਨ ਹੋ ਕੇ ਲੱਗਾ ਹੋਇਆ ਆਸਾ ਦੀ ਵਾਰ ਸੁਣਨ, ਬਾਬੇ ਦੀ ਬਾਣੀ। ਜਦੋਂ ਇਹ ਉੱਠਿਆ ਨਾ, ਆਪਾਂ ਵੀ ਮਗਰ ਹੀ ਉੱਠ ਕੇ ਜਾਣਾ, ਤੇ ਇਹਨੂੰ ਥੋੜ੍ਹੇ ਜਿਹੇ ਪੈਸੇ ਦੇਣੇ ਵੀ ਬਾਬਾ ਜੀ ਆ ਲਓ ਪੈਸੇ, ਕੱਪੜੇ ਨਵੇਂ ਸੰਭਾਲਿਓ। ਮੇਰੇ ਬੈਠੇ ਮਨ 'ਚ ਐਵੇਂ ਧਿਆਨ 'ਚ ਵਿਚਾਰ ਆ ਗਿਆ, ਤੇ ਮੈਂ ਬੈਠਾ, ਬਾਪੂ ਉੱਠਣ ਦਾ ਨਾਂ ਨਹੀਂ, ਟਿੱਗ ਬੈਠਾ ਹੈ, ਅਹਿਲ ਬੈਠਾ। ਮੇਰਾ ਉਦੋਂ ਟਾਈਮ ਹੋਣ ਲੱਗਾ ਜਦੋਂ ਨਾ, ਵੀ ਮੈਂ ਟਾਈਮ ਮਿੱਥ ਲਿਆ ਵੀ 7 ਵਜੇ ਜਾਣਾ, ਜੇ ਉੱਠ ਖੜਿਆ ਤਾਂ ਉੱਠ ਖੜਿਆ, ਆਸਾ ਦੀ ਵਾਰ ਤੋਂ ਬਾਅਦ 'ਚ ਹੀ ਬਿਠਾ ਲਿਆ ਵੀ 7 ਵਜੇ ਜੇ ਉੱਠ ਖੜਿਆ ਨਹੀਂ, ਮੈਂ ਉੱਠ ਕੇ ਜਿਹੜੇ ਭਾਗਾਂ 'ਚ ਨਹੀਂ ਪੈਸੇ। ਹੈਰਾਨੀ ਤਾਂ ਕਹਿੰਦਾ ਉਦੋਂ ਹੋਈ ਵੀ ਜਦੋਂ ਸੂਈਆਂ 7 ਵਜੇ ਨੂੰ ਸਿੱਧੀਆਂ ਹੋਈਆਂ ਨਾ, ਬੁੱਢਾ ਇੱਕਦਮ ਉੱਠ ਖੜਿਆ, ਉੱਠ ਕੇ ਬਾਹਰ ਨੂੰ ਤੁਰਨ ਲੱਗਾ, ਤੇ ਮੈਂ ਵੀ ਮਗਰ ਤੁਰ ਪਿਆ। ਦਰਬਾਰ ਸਾਹਿਬ ਤੋਂ ਜਦੋਂ ਆਪਾਂ ਬਾਹਰ ਨਿਕਲੀਦਾ, ਇੱਧਰ ਬਾਹਰ ਨਿਕਲ ਕੇ 2 ਕਦਮ ਬੁੱਢਾ ਅੱਗੇ ਗਿਆ ਬਜ਼ੁਰਗ, ਤੇ ਪਿੱਛੇ ਮੈਂ। ਹਾਲੇ ਉਹਨੂੰ ਮੈਂ ਕੁਛ ਕਿਹਾ ਨਹੀਂ, ਕੋਈ ਟੱਚ ਨਹੀਂ ਕੀਤਾ, ਆਵਾਜ਼ ਨਹੀਂ ਮਾਰੀ। ਉਹ ਬਜ਼ੁਰਗ ਬਾਪੂ ਇੱਕਦਮ ਯੂ ਟਰਨ ਲੈਂਦਾ, ਉੱਥੇ 2 ਕਦਮਾਂ ਜਾ ਇੱਕਦਮ ਯੂ ਟਰਨ ਲੈਂਦਾ, ਮੇਰੇ ਕੋਲ ਆਉਂਦਾ, ਤੇ ਮੇਰੇ ਮੋਢੇ ਤੇ ਹੱਥ ਰੱਖ ਕੇ ਇੱਦਾਂ ਕਹਿੰਦਾ ਲਿਆ ਯਾਰ, ਡੇਢ ਜੋ ਦੇਣਾ ਦੇ ਮੈਨੂੰ। ਨਾ ਆਸਾ ਦੀ ਵਾਰ 'ਚ ਆਪ ਜੁੜਿਆ, ਨਾ ਮੈਨੂੰ ਜੁੜਨ ਦਿੱਤਾ। ਇਹਨੂੰ ਕੁਛ ਦੇ ਕੇ ਜਾਣਾ, ਇਹਨੂੰ ਕੁਛ ਦੇ ਲਿਆ, ਫੜਾ ਜੋ ਦੇਣਾ ਤਾਂ ਦੇ, ਪਰ ਦੇਣ ਤੋਂ ਪਹਿਲਾਂ ਮੇਰੀ ਗੱਲ ਸੁਣ ਲਾ। ਉਹ ਕੀ ਕਹਿਣ ਲੱਗਾ ਵੀ ਤੂੰ ਦੇਖਿਆ ਮੇਰੇ ਕੱਪੜੇ ਟਾਕੀਆਂ ਵਾਲੇ ਪਾਏ, ਗੰਦਾ ਜਿਹਾ ਸੂਟ,
ਵੀ ਬਾਪੂ ਗਰੀਬ ਆ। ਆਹੀ ਦੇਖਿਆ ਨਾ ਤੇ ਤੈਨੂੰ ਸੱਚ ਦੱਸਾਂ, ਅੰਮ੍ਰਿਤਸਰ ਸ਼ਹਿਰ ਦੇ ਅੰਦਰ ਮੇਰੀਆਂ ਫੈਕਟਰੀਆਂ। ਤੇ ਤੇਰਾ ਸਵਾਲ ਹੋਏਗਾ ਵੀ ਫਿਰ ਕੱਪੜੇ ਪੱਟ ਕਿਉਂ ਪਾਏ ਆ? ਉਹ ਸੱਜਣਾ ਜਿੱਦਣ ਪਾਕਿਸਤਾਨ ਨੂੰ ਉੱਜੜ ਕੇ ਆਇਆ ਸੀ ਨਾ, ਮੈਂ ਉਧਰੋਂ ਉੱਜੜ ਕੇ ਆਇਆ ਸੀ, ਆਹਾ ਹੀ ਸੂਟ ਸੀ ਟਾਕੀਆਂ ਵਾਲਾ, ਮੇਰੇ ਪੱਲੇ ਕੱਖ ਨਹੀਂ ਸੀ। ਗੁਰੂ ਦੇ ਘਰ ਆਇਆ, ਗੁਰੂ ਨੇ ਇੰਨੀਆਂ ਲਹਿਰਾਂ ਬਹਿਰਾਂ ਲਾਈਆਂ, ਇੰਨੇ ਸੁੱਖ ਦਿੱਤੇ ਨੇ, ਅੱਜ ਫੈਕਟਰੀਆਂ ਨੇ ਮੇਰੀਆਂ। ਤੇ ਪਰ ਤੂੰ ਕਹੇਗਾ ਫਿਰ ਇਹ ਕਿਉਂ ਪਾਉਣਾ? ਮੈਂ ਇਸ ਲਈ ਗੁਰੂ ਦੇ ਘਰ ਪਾ ਕੇ ਆਉਣਾ, ਮੈਨੂੰ ਯਾਦ ਰਵੇ ਸੱਚਿਆ ਪਾਤਸ਼ਾਹ, ਲੋਕ ਭਾਵੇਂ ਜਿੱਡਾ ਮਰਜ਼ੀ ਅਮੀਰ ਸਮਝਣ, ਫਿਰ ਤੇਰੇ ਘਰ ਦਾ ਮੰਗਤਾ ਹੀ ਆ, ਤੇਰੇ ਘਰ ਦਾ ਮੈਂ ਭਿਖਾਰੀ ਰਹਿਣਾ। ਤੇਰੇ ਦਰ ਤੋਂ ਨਹੀਂ ਮੈਂ ਵੱਡਾ ਹੋ ਸਕਦਾ, ਲੋਕਾਂ 'ਚ ਸਟੇਟਸ ਬਣ ਗਿਆ। ਪਰ ਤੇ ਗੁਰਦੁਆਰੇ ਜਦੋਂ ਆਉਣਾ ਆਹ ਭਾਵਨਾ ਲੈ ਕੇ ਆਏ, ਇਹਨੂੰ ਕਹਿੰਦੇ ਗਰੀਬੀ। ਹੁੰਦਿਆਂ ਸੁਣਦਿਆਂ ਸਾਰਾ ਕੁਝ, ਆਕੜ ਨਹੀਂ ਗੀ, ਹੰਕਾਰ। ਇਸ ਤੋਂ ਇਹ ਸਿੱਖਿਆ ਲੈ ਲਓਗੇ ਤਾਂ ਸੌਖਾ ਹੋ ਜਾਏਗਾ। ਤੇਰੇ ਕੋਲ ਰੱਬ ਨੇ ਸਾਰਾ ਕੁਝ ਦਿੱਤਾ ਆ, ਪਰ ਇਹ ਨਾ ਹੋਵੇ ਕਿ ਹੰਕਾਰ। ਤੇ ਗੁਰਮੁਖ ਦੀ ਪਹਿਲੀ ਪਰਿਭਾਸ਼ਾ ਭਾਈ ਗੁਰਦਾਸ ਸਾਹਿਬ ਕਹਿ ਲਗੇ, ਹਉ ਤਿਸ ਘੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਦੂਜੀ ਸਟੇਜ, ਹਉ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਪਰ ਤਨ ਗਾਮੀ ਨਾ ਹੋਵੇ। ਗੁਰਮੁਖ ਉਹ ਆ, ਸਾਨੂੰ ਤੇ ਪੜਾਇਆ ਜਾਂਦਾ, ਪਰ ਬੇਟੀ ਕੋ बेटी जाने पर स्त्री को मात बखाने, अपनी स्त्री स्यों रात होई रहत बंत गुर का सिंह सोई। सानू ते पढ़ाए पर तरै रूप न पेखै नेत्र। आनंदपुर साहब जंग के समय च सिंघां ने एक मुगलों की नौजवान बची चुक लिया। गुरु गोबिंद सिंह महाराज ने पता लगा, सद ले, बड़ी क्लास में बड़े गुस्से हुए। सिख सवाल करते गुरु गोबिंद सिंह महाराज ने, सतगुरु कहते हैं साहब वो लोगों दी धीआं भैणां चुक के ले जाते, इज्जतां खराब करते हैं दुश्मन। असीं उन्हां दी एक इस लिए चुक के लियांदी, उन्हां दी अकल टकाने आ जाए। तुसीं लोकां दी चकदे, तुहाडी भी कोई चक सकदा, अकल टकाने आ जाए। पुन सिंगन बूझे गुण खानी, सगल तुरक भुगवै हिंदबाणी। सिख सवाल करते गुणा नहीं खान गुरु गोबिंद सिंह नूं। सिख बदला लै भला जनाब, असीं तां भले दा काम करन दे बदला लैके। गुर शास्त्र क्यों वर्ज हटा, तुसीं सानूं काहतों रोकदे हो? सुन सतगुर बोले तिस बेरे, गुरु सुन के फिर किया सी, हमले जानो पंथ उचेरे। असीं सिख पंथ नूं रसातल च गिरावट च नहीं सटना, इहनूं उच्चा चुकना, लोकां सामने रोल मॉडल बनाउणा। हमले जानो पंथ उचेरे, नहीं अधोगत विखे पचावे, तां ते कलमल कर। ये पाप करनों तां तुहानूं वरजण दे लोको। दुश्मन दी धी भी होवे ते सिख ने अपनी धी समझना आ। गुरमुख हऊं तिस घोल कमाया पर नारी दे नेड़। दोनों पासों तो नहीं, बंदे बीबी दोनों ने हुक्म। हऊं तिस घोल कमाया पर दरबे नूं हथ ना लावे। दरब कहंदे ने पैसे नहीं। ते साडे लिए तां सिद्धांत ही बड़ा सीधा पद्धरा जिहा भी हराम दी कमाई च विश्वास नहीं करना। सानू बाबे ने रिटन रूप च दिता, रिटन रूप विच हक पराया नानका उस सुअर उस गाए। गुरपीर हम तां भरे जान मुरदार ना। मुरदार का मतलब कि हराम दा माल, अपनी मेहनत नहीं, कमाई दूजे दी आ ते मैं हड़ापना, मैं हड़ापना। गुरपीर हम तां भरे, गुरु पीर ने हामी भरनी। तू कह मैं गुरु नानक दा सिखिया नहीं, गुरु हामी नहीं भरदा, मेरा नहीं गए क्योंकि चले ही नहीं मेरे को। एक भी गल नहीं बनी, मेरा किदा हो गया? मैं कही जावां जी कि मैं इस यूनिवर्सिटी का स्टूडेंट हाँ, अगले कहना तेरा तो ना ही दाखला है नहीं, एडमिशन ही है नहीं, तू कहदा इस यूनिवर्सिटी का स्टूडेंट है, एडमिशन लई नहीं तो तेनों कहता यूनिवर्सिटी वाले मान लैण भी तू इत्थे दा स्टूडेंट है, तू पाई जा रौला। गुरु ने हामी तां भरनी भी उहदे अनुसार पढ़िया, उहदे अनुसार चलिया। ਉਹਦਾ ਕਹਿਣਾ कि हक पराया नानका, दूजे के हक ते टाका नहीं मारना। ते गुरमुख मार भी नहीं सकता। जिन्हों ये पता होवे ना
बाबा माया साथ ना होए, इन माया जग मोया बिरला बूझे। माया का मतलब ये नहींगा कि नहीं चाहिए, गुरमत च किते भी माया नूं माड़ा नहीं किया गया, ਉਹਦੀ ਦੁਰਵਰਤੋਂ ਨੂੰ ਮਾੜਾ ਕਿਹਾ ਗਿਆ। ਮਾਇਆ ਦੀ ਦੁਰਵਰਤੋਂ, ਮਾਇਆ ਨਾਲ ਤਾਂ ਗੁਰਦੁਆਰਾ ਚੱਲਣਾ। ਜੇ ਗੋਲਕ ਚੱਕ ਦੋਗੇ ਤਾਂ ਬੱਤੀਆਂ ਦਾ ਬਿੱਲ ਕਿਹਨੇ ਦੇਣਾ? ਆ ਵਧੀਆ ਚਾਦਰਾਂ, ਆ ਵਧੀਆ ਸਾਊਂਡ ਸਿਸਟਮ, ਜੋ ਵੀ ਪ੍ਰਬੰਧ ਚੱਲ ਰਿਹਾ ਗੁਰਖ ਦੇ ਸਿਸਟਮ ਤੇ ਕਰਕੇ ਚੱਲ ਰਿਹਾ ਨਾ। ਮਾਇਆ ਗੁਜਰਾਨ ਕਿਉਂ ਕਿਹਾ ਸੀ ਗੁਰੂ ਸਾਹਿਬ ਨੇ? ਇਹਦੀ ਦੁਰਵਰਤੋਂ ਮਾੜੀ। ਤੇ ਗੁਰੂ ਸਾਹਿਬ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ ਵੀ ਗੁਰਮੁਖ ਉਹ ਆ ਜਿਹੜਾ ਬਗਾਨੇ ਦਾ ਮਾਲ ਹੜੱਪਣਾ ਨਹੀਂ ਚਾਹੁੰਦਾ, ਪਰ ਦਰਬੇ ਨੂੰ ਹੱਥ ਨਾ ਲਾਵੇ। ਤੇ ਪਰ ਦਰਬੇ ਨੂੰ ਹੱਥ ਲਾਊ ਕਿੱਦਾਂ ਸਿੱਖ? ਜਿਹਨੂੰ ਪਤਾ ਹੈ ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਇਹੋ ਹੀ ਗੱਲ ਤੇ ਦੁਨੀ ਚੰਦ ਸੇਠ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਹੀ ਸੀ ਨਾ, ਦੁਨੀ ਚੰਦ ਤੈਨੂੰ ਹੰਕਾਰ ਹੈ ਕਿ ਮੇਰੇ ਕੋਠੇ ਦੇ ਝੰਡੇ ਝੂਲਦੇ ਮੈਂ ਲੱਖਾਂ ਪਤੀ ਹਾਂ। ਹਰਾਮ ਦੀ ਕਮਾਈ ਨਾਲ ਲੋਕਾਂ ਨੂੰ ਲੁੱਟ ਕੇ ਇਕੱਠਾ ਕੀਤਾ। ਸੱਜਣ ਠੱਗ ਨੂੰ ਵੀ ਇਹ ਗੱਲ ਸਮਝਾਈ ਸੀ ਕਿ ਧੀਆਂ ਪੁੱਤਾਂ ਦੀ ਖਾਤਰ ਲੋਕਾਂ ਨੂੰ ਵੱਢ ਕੇ ਖੂਹੀਆਂ 'ਚ ਸਿੱਟੀ ਜਾਂਦਾ, ਨਾਲ ਜਾਣੀਏ। ਮਲਕ ਭਾਗੋ ਨੂੰ ਵੀ ਇਹ ਗੱਲ ਜਿੱਥੇ ਵੇਖੋ ਨੂਰ ਸ਼ਾਹ ਜਾਦੂਗਰਨੀ ਨੂੰ ਵੀ ਇਹ ਗੱਲ ਸਮਝਾਈ ਸੀ। ਦੁਨੀ ਚੰਦ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਤਰੀਕੇ ਨਾਲ ਸਮਝਾਇਆ ਸੀ ਕਿ ਲੈ ਸੱਜਣਾ, ਜੇ ਤੈਨੂੰ ਮਾਣ ਆ ਨਾ, ਆਹ ਸੂਈ ਲੈ ਜਾ, ਕੱਪੜੇ ਸੀਨ ਵਾਲੀ ਅੱਗੇ ਲਵਾਂਗੇ। ਸਾਖੀ ਤੁਸੀਂ ਕਿੰਨੀ ਵਾਰੀ ਸੁਣੀ? ਉਹ ਤਾਂ ਘਰ ਵਾਲੀ ਸਿਆਣੀ ਸੀ। ਉਹ ਕਹਿਣ ਲੱਗੀ, ਜਦੋਂ ਉਹਨੂੰ ਕਹਿੰਦਾ ਸੂਈ ਰੱਖ ਲਾ, ਬਾਬੇ ਕੋਲ ਗਿਆ ਸੀ, ਬਾਬਾ ਕਹਿੰਦਾ ਅੱਗੇ ਲਵਾਂਗੇ। ਦਿਮਾਗ ਠੀਕ ਹੈ, ਅੱਗੇ ਲਵਾਂਗੇ ਮਤਲਬ ਆ ਜਿਹੜਾ ਸਰੀਰ ਲੈ ਕੇ ਆਉਂਦਾ ਨਾ ਜੰਮਣ ਵੇਲੇ ਨਾਲ, ਅੱਗੇ ਤਾਂ ਇਹ ਵੀ ਨਹੀਂ ਜਾਣਾ। ਇੱਥੇ ਸਾਰਿਆਂ ਲੱਕੜਾਂ ਤੇ ਰੱਖ ਕੇ ਤੇ ਲਾਂਬੂ ਦੇਣਾ ਲਾ, ਸਾਰਾ ਕੁਝ ਸੜ ਕੇ ਸਵਾਹ ਹੋ ਜਾਣਾ, ਸਵਾਹ। ਸਰੀਰ ਵੀ ਨਾਲ ਨਹੀਂ ਆ, ਸੂਈ ਕਿੱਥੋਂ ਲੱਗੇਗਾ? ਉਹਨੂੰ ਉਦਣ ਲੱਗਾ। ਓਹੋ ਬਾਬਾ ਠੀਕ ਕਹਿੰਦਾ ਸੀ, ਮੈਂ ਕਹਿੰਦਾ ਸੀ ਲਾਹੌਰ 'ਚ ਮੈਂ ਅਮੀਰ ਆ, ਇਹਦਾ ਮਤਲਬ ਲਾਹੌਰ 'ਚ ਮੇਰੇ ਵਰਗਾ ਤਾਂ ਗਰੀਬ ਕੋਈ ਨਹੀਂ, ਰੱਬ ਦਾ ਨਾਮ ਤਾਂ ਜਪੇ ਨਹੀਂ ਕਦੇ, ਇਹ ਧੰਨ ਨੂੰ ਮੈਂ ਸਮਝ ਜਾਂਦਾ ਅਮੀਰ ਆ। ਉਹ ਦੁਨੀ ਚੰਦ ਸੇਠ, ਕਦੇ ਪੜ੍ਹਿਓ ਧਿਆਨ ਨਾਲ ਇਤਿਹਾਸ, ਅੱਜ ਅਸੀਂ ਭੁੱਲ ਗਏ। ਜਿੱਥੇ ਅੱਜ ਕੋਰੀਡੋਰ ਰਾਹੀਂ ਪਾਕਿਸਤਾਨ ਜਾਣਾ ਚਾਹੁੰਦੇ ਕਰਤਾਰਪੁਰ ਸਾਹਿਬ, ਜਿੱਦਣ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਨਗਰ ਵਸਾਇਆ ਸੀ ਨਾ, ਅੱਧੇ ਤੋਂ ਵੱਧ ਉਸ ਕਰਤਾਰਪੁਰ ਨਗਰ ਦੇ ਘਰ ਬਣਾ ਕੇ ਗਰੀਬਾਂ ਨੂੰ ਫਰੀ ਇਸ ਦੁਨੀ ਚੰਦ ਨੇ ਦਿੱਤੇ ਸੀਗੇ। ਅੱਜ ਇਹ ਚੀਜ਼ਾਂ ਭੁੱਲ ਗਏ ਆ ਅਸੀਂ, ਗਰੀਬ ਸਿੱਖਾਂ ਦੀ ਬਾਂਹ ਫੜਨੀ ਭੁੱਲ ਗਏ ਆ। ਸਰਸੇ ਵਾਲਾ ਭਾਵੇਂ ਨਾਲੀਆਂ ਕੱਢ ਦੇ ਵਿੱਚ ਇਹ ਕਿਦਾ ਘਰ ਬਣਾ ਲੈ, ਵੀਡੀਓ ਬਣਾ ਪਾਉਂਦੇ ਆ, ਦੇਖੋ ਜੀ ਕਿੱਦਾਂ ਦੇ ਕੰਮ। ਸਾਨੂੰ ਉਹ ਵੀ ਦੁੱਖ ਚੁੱਕਦੇ ਨੇ। ਮੈਂ ਇਹ ਨਹੀਂ ਉਹਦੀ ਵਡਿਆਈ ਕਰਨ ਲੱਗਾ, ਮੈਂ ਇਹ ਕਹਿਣਾ ਚਾਹੁੰਦਾ ਸਾਡੇ ਗੁਣ ਦੁਸ਼ਮਣ ਲੈ ਗਏ ਚੁੱਕ ਕੇ। ਅਸੀਂ ਨੰਗ ਦੇ ਨੰਗ, ਅਸੀਂ ਤੇ ਸਿਰਫ ਲੜਨ ਜੋਗੇ ਰਹਿ ਗਏ, ਇੱਕ ਦੂਜੇ ਦੀਆਂ ਪੱਗਾਂ ਲਾਉਣ ਜੋਗੇ ਰਹਿ ਗਏ। ਉਹ ਕੋਈ ਆਂਢ ਗੁਆਂਢ ਗਰੀਬ ਆ, ਉਹਦੀ ਛੱਤ ਚੋਂਦੀ ਆ, ਪਵਾ ਦੇ, ਕਿੰਨੇ ਕੁ ਲੱਗਣੇ ਤੇਰੇ? ਦਸਵੰਧ ਕੱਢ ਪਾ, ਉਹਦੀ ਛੱਤ ਪਵਾ, ਅਗਲਾ ਜ਼ਿੰਦਗੀ ਭਰ ਚੇਤੇ ਰੱਖੇਗਾ। ਸਾਨੂੰ ਤਾਂ ਦਸਵੰਧ ਕੱਢਣਾ ਹੀ ਨਹੀਂ ਆਇਆ, ਨਾ ਉਹਦੀ ਵਰਤੋਂ ਕਰਨੀ ਆਈ। ਮੂਰਖਾਂ ਨੂੰ ਜਿੱਥੇ ਸੋਨਾ ਚੜ੍ਹਦਾ ਸੋਨਾ ਚੜਾਈ ਜਾਂਦੇ ਆ, ਨਾ ਆਂਢ ਗੁਆਂਢ ਦਾ ਦੇਖਣਾ ਹੀ ਨਹੀਂ ਵੀ ਕੌਣ ਲੋੜਵੰਦ ਆ, ਮੈਂ ਉੱਥੇ ਬਣਨਾ। ਭਾਈ ਦੁਨੀ ਚੰਦ ਨੇ ਅੱਧਿਓਂ ਵੱਧ ਘਰ ਬਣਾ ਕੇ ਗਰੀਬਾਂ ਨੂੰ ਦਿੱਤੇ ਸੀ। ਉਹਨੂੰ ਸਮਝ ਆ ਗਈ ਪਰਾਇਆ ਹੱਕ ਨਹੀਂ ਜੇ ਮਾਰਨਾ, ਉਹਨੇ ਵੰਡਿਆ, ਲੋਕਾਂ 'ਚ ਵੰਡਿਆ ਸੀਗਾ। ਤੇ ਸਾਨੂੰ ਤਾਂ ਆਦਤ ਪੈ ਗਈ ਲੁੱਟ ਲਓ ਜਿੰਨਾ ਲੁੱਟੇ ਜਾਂਦਾ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਪਰ ਦਰਬੇ ਨੂੰ ਹੱਥ ਨਾ ਲਾਵੇ। ਗੁਰਮੁਖ ਉਹ ਆ ਜਿਹੜਾ ਦੂਜੇ ਦੇ ਮਾਲ ਵੱਲ ਦੇਖ ਪਿਆ ਇਹ ਪਿਆ। ਆ ਪਿੱਛੇ ਜਿਹੇ ਆਸਟ੍ਰੇਲੀਆ ਦੇ ਅਖਬਾਰਾਂ ਵਿੱਚ ਬੜੀ ਵੱਡੀ ਨਿਊਜ਼ ਚੱਲੀ ਸੀਗੀ, ਚੈਨਲਾਂ ਤੇ ਵੀ ਨਿਊਜ਼। ਆਸਟ੍ਰੇਲੀਆ ਦੇ ਵਿੱਚ ਸਿੰਘ ਦੀ ਟੈਕਸੀ ਦੇ ਵਿੱਚ ਬਹਿ ਕੇ ਗੋਰਾ ਗਿਆ ਸੀਗਾ ਤੇ ਉਹਦਾ ਅਟੈਚੀ ਕੇਸ ਵਿੱਚ ਰਹਿ ਗਿਆ। ਤੇ ਜਦੋਂ ਉਹਨੇ ਖੋਲਿਆ ਨਾ ਤੇ ਵਿੱਚ ਟੈਚੀ ਪੂਰਾ ਡਾਲਰਾਂ ਨਾਲ ਭਰਿਆ ਹੋਇਆ, ਨੱਕੋ ਨੱਕ। ਹੁਣ ਉਹਨੂੰ ਪਤਾ ਤਾਂ ਸੀ ਜਿੱਥੇ ਛੱਡ ਕੇ ਆਇਆ ਨਾ, ਵਾਪਸ ਘਰ ਆ ਗਿਆ ਸੀ, ਉਹਨੂੰ ਦੇਖਿਆ ਟੈਚੀ ਰਹਿ ਗਿਆ, ਫਿਰ ਮੁੜ ਕੇ ਉੱਥੇ ਜਾਂਦਾ, ਫੋਨ ਤਾਂ ਨਹੀਂ ਸੀ, ਟੈਚੀ ਉੱਥੇ ਲੈ ਕੇ ਜਾਂਦਾ। ਉਹਦੇ ਘਰ ਜਾ ਕੇ ਕਹਿੰਦਾ ਭਰਾਵਾ ਮਿਸਟਰਾ ਤੇਰਾ ਰਹਿ ਗਿਆ, ਚੱਕ ਕੇ ਨੂੰ। ਉਹ ਆਰਾਮ ਵੀ ਦੇਣਾ ਚਾਹੁੰਦੇ। ਉਹ ਨਿਊਜ਼ ਵਿੱਚ, ਨਿਊਜ਼ ਚੈਨਲਾਂ ਤੇ ਖਬਰ ਚੱਲੀ ਸੀ, ਨਿਊਜ਼ ਪੇਪਰਾਂ ਵਿੱਚ ਖਬਰ ਬਣੀ ਸੀ। ਸਿੱਖ ਦਾ ਕਰੈਕਟਰ ਆ ਹੋਣਾ ਚਾਹੀਦਾ ਸੀਗਾ, ਕਿਸੇ ਦਾ ਮਾਲ ਪਿਆ ਮੇਰਾ ਥੋੜ੍ਹਾ, ਇਹ ਥੋੜ੍ਹਾ ਵੀ ਚੱਕ ਕੇ ਦਬਲਾ ਲਕੋ ਲੈਣਾ।
ਪਰ ਦਰਵੇ ਨੂੰ ਹੱਥ ਨਾ ਲਾਵੇ। ਮੇਰੀ ਕਮਾਈ ਦੀ, ਮੇਰੇ ਗੁਰੂ ਨੇ ਕਿਹਾ ਵੀ ਹੱਕ ਪਰਾਇਆ ਨਾਨਕਾ, ਉਸ ਸੂਰ ਉਦਾਹਰਨਾਂ ਦਿੱਤੀਆਂ ਨੇ। ਮੁਸਲਮਾਨ ਲਈ ਸੂਰ ਖਾਣਾ ਮਾੜਾ, ਹਿੰਦੂ ਲਈ ਗਾਂ ਖਾਣੀ, ਤੇ ਮੇਰੇ ਲਈ ਹੱਕ ਪਰਾਇਆ ਖਾਣਾ ਮਾੜਾ ਆ, ਮਾੜਾ ਆ। ਗੁਰੂ ਨੇ ਹਾਮੀ ਨਹੀਂ ਭਰਨੀ, ਮੇਰਾ ਸਿੱਖ ਹੈ ਹਰਾਮ ਦੇ ਮਾਲ ਖਾਣ ਵਾਲੀ। ਅਸੀਂ ਤੇ ਲੋਕਾਂ ਨੂੰ ਲੁੱਟ ਕੇ ਗੁਰਦੁਆਰੇ ਖੰਡ ਪਾਠ ਕਰਾ ਕੇ ਲੰਗਰ ਲਾ ਕੇ ਸੋਚਦੇ ਵੀ ਲੈ ਆਪਾਂ ਤਾਂ ਗੁਰਮੁਖ ਬਣ ਗਏ। ਸਾਰਾ ਸਾਲ ਲੁੱਟੀ ਜਾਣਾ, ਤੇ ਸਾਲ ਬਾਅਦ ਗੁਰਦੁਆਰੇ ਖੰਡ ਪਾਠ ਕਰਾ ਲੰਗਰ ਲਾ ਕੇ ਲੈ ਵੀ ਇਹ ਤਾਂ ਬੜਾ ਗੁਰਮੁਖ ਪਰਿਵਾਰ ਆ। ਏਦਾਂ ਗੁਰਮੁਖ ਬਣ ਜਾਂਦਾ। ਹਉ ਤਿਸ ਘੋਲ ਕਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਮੈਂ ਗੁਰਮੁਖ ਉਹਨੂੰ ਮੰਨਦਾ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਜਿਹੜਾ ਗਰੀਬੀ ਵਿੱਚ ਰਹਿੰਦਾ ਪਰ ਤਨ ਦਾ ਝਾਕ ਨਹੀਂ ਜੇ ਰੱਖਦਾ, ਜਿਹੜਾ ਪਰਾਏ ਧਨ ਵੱਲ ਨਹੀਂ ਦੇਖਦਾ, ਜਿਹਦੇ ਅੰਦਰੋਂ ਨਿੰਦਿਆ ਚੁਗਲੀ ਮੁੱਕ ਗਈ। ਤੇ ਸਾਨੂੰ ਤਾਂ ਪੜ੍ਹਾਇਆ ਹੀ ਨਹੀਂ ਜਾਂਦਾ ਗੁਰਦੁਆਰਾ। ਦੇਖੋ ਜੀ, ਮਹਾਂਪੁਰਸ਼ਾਂ ਦੀ ਨਿੰਦਿਆ ਨਹੀਂ ਕਰਨੀ, ਮਹਾਂਪੁਰਸ਼ਾਂ ਦੀ ਨਿੰਦਿਆ ਨਹੀਂ ਕਰਨੀ। ਬਾਣੀ 'ਚ ਲਿਖਿਆ ਜੀ, ਸੰਤ ਕੀ ਨਿੰਦਾ ਨਾਨਕਾ ਬੋਰ ਬੋਰ ਅਵਤਾਰ, ਆਪਣੇ ਮਤਲਬ ਲਈ। ਬਾਣੀ 'ਚ ਤਾਂ ਏਦਾਂ ਲਿਖਿਆ, ਨਿੰਦਾ ਭਲੀ ਕਿਸੇ ਕੀ ਨਾ ਹੀ ਕੋਈ ਵੀ ਆ। ਨਿੰਦਿਆ ਤਾਂ ਸਾਰਿਆਂ ਦੀ ਮਾੜੀ ਹੈ। ਨਿੰਦਿਆ ਕਿ ਜੋ ਹੈਗਾ ਉਹ ਨਹੀਂ, ਉਲਟਾ ਦੱਸਣਾ। ਹਾਂ, ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ, ਸੱਚ ਕਹਿਣਾ ਆ। ਗੁਲਾਬ ਦੇ ਫੁੱਲ ਨੂੰ ਕੰਡਾ ਕਹਿਣਾ ਆ ਨਿੰਦਿਆ ਆ। ਨਿੰਦਿਆ ਨੂੰ ਸਮਝਣਾ ਪੈ ਗਿਆ ਨਾ ਸਾਨੂੰ। ਬਾਣੀ ਅੰਦਰ ਥਾਂ ਥਾਂ ਤੇ ਔਗਣਾਂ ਬਾਰੇ ਦੱਸਿਆ ਗਿਆ ਵੀ ਪੰਡਤ ਜੀ ਤੁਸੀਂ ਜਾਤ ਦਾ ਹੰਕਾਰ ਕਰਦੇ ਹੋ, ਗਲਤ ਹੋ। ਇੱਦਾਂ ਕਈ ਉਦਾਹਰਨਾਂ ਲਿਖੀਆਂ ਜਾ ਸਕਦੀਆਂ। ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ ਗੀ। ਚੰਗੇ ਬੰਦੇ ਨੂੰ ਮਾੜਾ ਕਹਿਣਾ ਨਿੰਦਿਆ ਹੋ ਜਾਏਗੀ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਿਨਾ ਨਿੰਦਕਾਂ ਨਰਕੇ ਘੋਰ ਪਵਨ, ਅਸੰਖ ਨਿੰਦਕ ਸਿਰ ਕਰੈ ਭਾਰ। ਨਿੰਦਿਆ ਕਰਨੀ ਹੋਵੇ ਭਾਰ ਚੱਕਣਾ ਪੈਂਦਾ। ਤੁਸੀਂ ਕਹੋਗੇ ਉਹ ਕਿਵੇਂ ਭਾਈ ਜੀ? ਮੈਂ ਮੰਨ ਲਓ ਕਿਸੇ ਨੂੰ ਭੰਡਣਾ, ਪਹਿਲਾਂ ਦਿਮਾਗ 'ਚ ਕਿੰਨੀ ਪਲੈਨਿੰਗ ਬਣਾਵਾਂਗਾ, ਉਹਦੇ ਬਾਰੇ ਲੱਭਾਂ, ਸਰਚ ਕਰਾਂਗਾ ਵੀ ਮੈਂ ਕਿੱਦਾਂ ਭੰਡਾ ਫਲਾਣੇ ਨੂੰ, ਕਿੰਨੀ ਪਲੈਨਿੰਗ, ਕਿੰਨੇ ਖਿਆਲ ਬਣਾਵਾਂਗਾ। ਭਾਰ ਹੀ ਜੇ ਦਿਮਾਗ 'ਤੇ ਪਾਇਆ, ਟੋਕਰਾ ਹੀ ਚੱਕ ਲਿਆ ਨਾ ਸਿਰ ਦੇ ਉੱਤੇ। ਤੇ ਬਾਬਾ ਕਿੰਨੇ ਸੌ ਸਾਲ ਪਹਿਲਾਂ ਅਸੰਖ ਨਿੰਦਕ ਸਿਰ ਕਰੇ ਭਾਰ, ਦਿਮਾਗ ਦੇ ਭਾਰ ਚੱਕੀ ਫਿਰਦੇ ਨਿੰਦਿਆ। ਉਹ ਸਿੱਖ ਗੁਰਮੁਖ ਕੌਣ ਆਖਣ ਲੱਗੇ, ਪਰ ਨਿੰਦਾ ਸੁਣ ਆਪ ਹਟਾਵੇ। ਜਿੱਥੇ ਚੁਗਲੀ ਹੁੰਦੀ ਉੱਥੋਂ ਪਾਸੇ ਹੋ ਜਾਂਦਾ। ਹਾਂ, ਤਿਸ ਘੋਲ ਕਮਾਇਆ, ਸਤਿਗੁਰੂ ਦਾ ਉਪਦੇਸ਼ ਕਮਾਵੇ। ਉਹ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ। ਉਪਦੇਸ਼ ਜੋ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੀ। ਗੁਰੂ ਦੇ ਉਪਦੇਸ਼ ਨੂੰ ਮੰਨਦਾ। ਤੇ ਸਾਡਾ ਹਾਲ, ਮਨ ਕਰ ਕਬੂ ਨਾ ਹਰ ਗੁਣ ਗਾਇਓ, ਵਿਖਿਆ ਸਖਤ। ਜਦੋਂ ਇਹ ਸ਼ਬਦ ਪੜਦਾ ਗੁਰੂ ਤੇਗ ਬਹਾਦਰ ਸਾਹਿਬ ਦਾ, ਮੈਨੂੰ ਆਪਣੇ ਆਪ ਨੂੰ ਆਉਂਦਾ ਵੀ ਮਨਾ ਤੂੰ ਕਿੱਥੇ ਖੜਾ। ਮਨ ਕਰ ਕਬੂ ਨਾ ਹਰ ਗੁਣ ਗਾਇਓ, ਵਿਖਿਆ ਸਖਤ ਰਿਓ ਨਿਸਬਾਸੁਰ, ਕੀਨੋ ਆਪਣਾ ਆਪਣੋ ਭਾਇਓ। ਆਖਣ ਲੱਗੇ ਨੇ ਦਾਤਾ, ਸੱਚ ਇਹ ਹੈ ਮੇਰਾ ਹਾਲ, ਗੁਰੂ ਜਿੰਨਾ ਮਰਜ਼ੀ ਉਪਦੇਸ਼ ਕਹੀ ਜਾਵੇ, ਕਰੀ ਜਾਵੇ, ਮੈਂ ਨਹੀਂ ਸੁਣਦਾ। ਉੱਚ ਪੰਕਤੀ, ਕਹਾਂ ਕਹੂੰ ਮੈਂ ਆਪਣੀ ਕਰਨੀ, ਜੇ ਬਿਦ ਜਨਮ ਗਵਾਇਓ, ਕਹੋ ਨਾਨਕ ਸਭ ਅਵਗਣ ਮੋਹ ਮੈਂ, ਰਾਖ ਲਿਓ ਸ਼ਰਨਾਏ। ਸਿੱਖ ਨੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ, ਗੁਰਮੁਖ ਉਹ ਬਣ ਸਕਦਾ। ਗੁਰਮੁਖ ਹੋਂ ਤਿਸ ਘੋਲ ਕਮਾਇਆ, ਥੋੜਾ ਸਵੈ ਥੋੜਾ ਹੀ ਖਾਵੇ। ਸਿੱਖ ਤਾਂ ਉਹ ਆ ਜਿਹਨੂੰ ਪਤਾ ਲੱਗ ਗਿਆ ਬਾਬਾ ਹੋਰ ਖਾਣਾ ਖੁਸ਼ੀ ਖਵਾ, ਖਾਈ ਜਾਂਦਾ, ਖਾਏ ਖਾਏ ਕਰੇ ਬਦ ਫੈਲੀ। ਖਾਣ ਤੋਂ ਬਿਨਾਂ ਡੰਗਰਾਂ ਨੂੰ ਸੁਝਦਾ ਕੁਛ ਨਹੀਂ, ਸੌਣ ਤੋਂ ਬਿਨਾਂ ਸੁਝਦਾ ਬਾਬਾ ਹੋਰ ਸੌਣਾ ਖੁਸ਼ੀ ਖਵਾਰ। ਜਿਤ ਸੂਤੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ। ਗੁਰਮੁਖ ਸੋਈ ਉਹ ਗੁਰਮੁਖ ਹੈ ਕਿਹੜਾ ਸਹਿਜ ਸਮਾਵੇ, ਜਿਹਦੇ ਅੰਦਰ ਟਿਕਾਊ ਆ ਗਿਆ। ਸਹਿਜ ਦੀ ਅਵਸਥਾ ਉਹਦੇ ਲਈ ਆ, ਸ਼ਰਤਾਂ ਨਹੀਂ। ਗੁਰਮਤਿ ਹਿਰਦੇ ਗਰੀਬੀ ਆਵੇ, ਪਰ ਨਾਰੀ ਦੇ ਨੇੜ ਨਾ ਜਾਵੇ, ਪਰ ਦਰਵੇ ਨੂੰ ਹੱਥ ਨਾ ਲਾਵੇ, ਪਰ ਨਿੰਦਾ ਸੁਣ ਆਪ ਉਠਾਵੇ, ਸਤਿਗੁਰੂ ਦਾ ਉਪਦੇਸ਼ ਕਮਾਵੇ, ਥੋੜਾ ਸਵੇ ਥੋੜਾ ਹੀ ਖਾਵੇ। 6 ਪੰਕਤੀਆਂ ਨੇ। 7ਵੀਂ 'ਚ ਕਹਿੰਦੇ ਗੁਰਮੁਖ ਸੋਈ ਉਹ ਗੁਰਮੁਖ ਸਹਿਜ ਸੁਖ ਟਿਕ ਜਾਂਦਾ। ਤੇ ਉਹਦੇ ਬਾਰੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਗੁਰਮੁਖ ਲਾਹਾ ਲੈ ਗਏ। ਤੇ ਦੂਜੇ ਬੰਦੇ ਮਨਮੁਖ ਚੱਲੇ ਮੂਲ ਗਵਾਏ। ਜੀ ਜ਼ਿੰਦਗੀ ਦਾ ਮੂਲ ਸਵਾਸ ਵੀ ਸਵਾਹ ਕਰ ਜਾਂਦੇ ਨੇ। ਆਪਾਂ ਲਾਹਾ ਕੱਟਣਾ ਹੈ, ਲਾਹਾ ਲੈ ਕੇ ਜਾਈਏ। ਸਤਿਗੁਰੂ ਬਖਸ਼ਿਸ਼ ਕਰੇ। ਕੱਲ੍ਹ ਦਾ ਇੱਕ ਦੀਵਾਨ ਹੋਰ ਰਹਿੰਦਾ ਹੈ। ਆਇਆ ਤਾਂ ਮੈਂ ਥੋੜ੍ਹੇ ਦਿਨਾਂ ਲਈ ਤੁਹਾਡੇ ਕੋਲ, 2 ਹਫ਼ਤੇ ਮਸੀਂ ਬਣਦੇ ਨੇ। ਪਰ ਇੱਕ ਗੱਲ ਦੀ ਮੈਨੂੰ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਬਈ ਜਿੰਨਾ ਤੁਸੀਂ ਪਿਆਰ ਦਿੱਤਾ ਮੇਰਿਆਂ ਭਰਾਵਾਂ ਨੇ, ਬਜ਼ੁਰਗਾਂ ਨੇ, ਮੇਰੀਆਂ ਭੈਣਾਂ ਮਾਵਾਂ ਨੇ ਨਾ, ਸਾਰੀ ਜ਼ਿੰਦਗੀ ਲਈ ਤੁਹਾਡਾ ਕਰਜ਼ਦਾਰ। ਗੁਰੂ ਰਹਿਮਤ ਕਰੇ ਪਿਆਰ ਬਣਿਆ ਰਹੇ। ਜਿੰਨੇ ਵੀ ਤੁਸੀਂ ਹੋ ਨਾ,
ਜਲੰਧਰ ਕਦੇ ਆਓ, ਮੇਰੇ ਘਰ ਆਉਂਗੇ ਛੋਟੇ ਭਰਾ ਦੇ, ਮੈਨੂੰ ਬੜੀ ਖੁਸ਼ੀ, ਮੈਨੂੰ ਚਾਅ ਬੜਾ ਚੜ੍ਹੇਗਾ। ਜਿੱਦਾਂ ਮੈਨੂੰ ਘਰ ਸੱਦਦਾ ਨਾ ਕੋਈ, ਤੇ ਮੈਨੂੰ ਵੀ ਖੁਸ਼ੀ ਹੁੰਦੀ ਮੇਰੇ ਘਰ ਵੀ ਕੋਈ ਆਵੇ, ਮੇਰੇ ਘਰ ਵੀ ਕੋਈ, ਮੈਨੂੰ ਬੜਾ ਚਾਅ ਚੜ੍ਹਦਾ, ਮੇਰੀ ਸਿੰਘਣੀ ਨੂੰ ਵੀ ਚਾਅ ਚੜ੍ਹਦਾ। ਇਹ ਨਹੀਂ ਔਖੇ ਜਿਹੇ ਉਹ ਵੀ ਭਾਗਾਂ ਵਾਲੀ ਉੱਦਾਂ ਦੀ। ਤੁਹਾਡੇ ਅੱਗੇ ਬੇਨਤੀ, ਕੱਲ੍ਹ ਨੂੰ ਵੀ ਇੱਦਾਂ ਹੀ ਹਾਜ਼ਰੀ ਭਰਿਓ ਸਾਰੇ ਜਾਣੇ ਰਲ ਮਿਲ ਕੇ। ਫਿਰ ਤੁਹਾਡੇ ਕੋਲੋਂ ਮੈਂ ਛੁੱਟੀਆਂ ਲੈਣੀਆਂ। ਭੁੱਲਾਂ ਨਾ ਚਿਤਾਰਦੇ, ਫਤਿਹ ਦੀ ਸਾਂਝ ਬਣਾਉਂਦੇ। ਗੱਜ ਵੱਜ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।